ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕਬੀਰ ਸਾਹਿਬ ਦਾ ਪ੍ਰਕਾਸ਼ ਦਿਹਾੜਾ ਹੈ। ਇਸ ਲਈ ਆਪਾਂ ਕਬੀਰ ਸਾਹਿਬ ਦੇ ਜੀਵਨ ਅਤੇ ਉਹਨਾਂ ਦੀ ਬਾਣੀ 'ਤੇ 1 ਘੰਟੇ ਲਈ ਵਿਚਾਰ ਕਰਾਂਗੇ। 1398 ਈਸਵੀ ਬਨਾਰਸ ਸ਼ਹਿਰ, ਜਿਹਨੂੰ ਪੁਰਾਤਨ ਜ਼ਮਾਨੇ 'ਚ ਕਾਸ਼ੀ ਕਿਹਾ ਕਰਦੇ ਸੀ, ਕਾਸ਼ੀ ਜਾਂ ਕਾਸ਼ੀ, ਫਿਰ ਸਮਾਂ ਪਾ ਕੇ ਉਹਦਾ ਨਾਂ ਬਨਾਰਸ, ਕਬੀਰ ਸਾਹਿਬ ਵੇਲੇ ਉਸ ਦਾ ਨਾਮ ਸੀ ਬਨਾਰਸ। ਅੱਜ ਕੱਲ੍ਹ ਉਹਦਾ ਨਾਂ ਹੈ ਵਾਰਾਣਸੀ। 1398 ਈਸਵੀ ਨੂੰ ਜੇਠ ਮਹੀਨੇ ਦੀ ਪੂਰਨਮਾਸ਼ੀ ਨੂੰ, ਜਿਵੇਂ ਅੱਜ ਵੀ ਜੇਠ ਮਹੀਨੇ ਦੀ ਪੂਰਨਮਾਸ਼ੀ ਹੈ, 1398 ਈਸਵੀ ਨੂੰ ਜੇਠ ਦੀ ਪੂਰਨਮਾਸ਼ੀ ਨੂੰ ਬਨਾਰਸ ਸ਼ਹਿਰ ਦੇ ਵਿੱਚ ਇੱਕ ਮੁਸਲਮਾਨ ਪਰਿਵਾਰ, ਨੀਰੂ ਤੇ ਨੀਮਾ, ਜੋ ਕਿ ਜਾਤ ਦੇ ਜੁਲਾਹੇ ਸਨ, ਉਹਨਾਂ ਦੇ ਘਰ ਕਬੀਰ ਸਾਹਿਬ ਦਾ ਪ੍ਰਕਾਸ਼ ਹੋਇਆ। ਆਮ ਲੋਕਾਂ ਲਈ ਸਿੱਖ ਧਰਮ ਦੇ ਵਿੱਚ ਜਨਮ ਕਿਹਾ ਜਾਂਦਾ ਹੈ। ਇਹ ਜਿਹੜੀਆਂ ਮਹਾਨ ਰੂਹਾਂ ਹੁੰਦੀਆਂ ਨੇ, ਇਹਨਾਂ ਲਈ ਪ੍ਰਕਾਸ਼ ਸ਼ਬਦ ਵਰਤਿਆ ਜਾਂਦਾ ਹੈ, ਕਿਉਂਕਿ ਇਹਨਾਂ ਨੇ ਸੰਸਾਰ 'ਚ ਆ ਕੇ ਗਿਆਨ ਦਾ ਪ੍ਰਕਾਸ਼ ਕਰਨਾ ਹੁੰਦਾ ਹੈ। ਧਰੋਂ ਹੀ ਉਹਨਾਂ ਦੀ ਡਿਊਟੀਆਂ ਲੱਗੀਆਂ ਹੁੰਦੀਆਂ ਨੇ, ਉਹਨਾਂ ਨੂੰ ਗਿਆਨ ਦੇ ਕੇ ਭੇਜਿਆ ਜਾਂਦਾ ਹੈ। ਇਸ ਲਈ ਉਹਨਾਂ ਨੇ ਆ ਕੇ ਸੰਸਾਰ ਨੂੰ ਗਿਆਨ ਦੇਣਾ ਹੈ, ਪ੍ਰਕਾਸ਼ ਦੇਣਾ ਹੈ। ਇਸ ਲਈ ਕਹਿੰਦੇ ਪ੍ਰਕਾਸ਼ ਦਿਵਸ ਹੈ। ਸੋ 1398 ਈਸਵੀ ਨੂੰ ਜੇਠ ਦੀ ਪੂਰਨਮਾਸ਼ੀ ਨੂੰ ਬਨਾਰਸ ਸ਼ਹਿਰ ਦੇ ਵਿੱਚ ਨੀਰੂ ਅਤੇ ਨੀਮਾ, ਜੋ ਮੁਸਲਮਾਨ ਜੁਲਾਹੇ ਸਨ, ਉਹਨਾਂ ਦੇ ਘਰ ਆਪ ਜੀ ਦਾ ਪ੍ਰਕਾਸ਼ ਹੋਇਆ। ਕਿਉਂਕਿ ਉਸ ਵੇਲੇ ਮੁਸਲਮਾਨਾਂ ਦਾ ਰਾਜ ਸੀ, ਇਸ ਲਈ ਬਹੁਤ ਸਾਰੇ ਲੋਕ ਮੁਸਲਮਾਨ ਬਣ ਗਏ ਸਨ। ਜੇ ਤੁਸੀਂ ਇਤਿਹਾਸ ਪੜ੍ਹੋ ਤਾਂ ਸਭ ਤੋਂ ਪਹਿਲਾਂ ਗਰੀਬ ਜਿਹੜਾ ਤਬਕਾ ਹੈ, ਇਹ ਧਰਮ ਬਦਲਦਾ ਹੈ। ਅਮੀਰ ਤਬਕਾ ਜਾਂ ਉੱਚੀਆਂ ਜਾਤਾਂ ਵਾਲੇ ਛੇਤੀ ਧਰਮ ਨਹੀਂ ਬਦਲਦੇ। ਗਰੀਬ ਲੋਕ, ਨੀਵੀਆਂ ਜਾਤਾਂ ਦੇ ਲੋਕ ਦੇਖਿਆ ਗਿਆ ਛੇਤੀ ਧਰਮ ਬਦਲਦੇ ਨੇ। ਇਹ ਕਿਉਂ ਬਦਲਦੇ ਨੇ? ਜਿੱਧਰੋਂ ਵੀ ਇਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਇਸ ਪਾਸੇ ਸਾਡਾ ਆਦਰ ਮਾਣ ਹੋਵੇਗਾ, ਸਾਨੂੰ ਕੋਈ ਸਹੂਲਤ ਮਿਲੇਗੀ, ਉਸ ਪਾਸੇ ਨੂੰ ਇਹ ਲੋਕ ਹੋ ਜਾਂਦੇ ਨੇ। ਇਸ ਲਈ ਕਬੀਰ ਸਾਹਿਬ ਦੇ ਮਾਤਾ ਪਿਤਾ ਵੀ ਸਮਾਂ ਪਾ ਕੇ ਮੁਸਲਮਾਨ ਬਣ ਗਏ। ਅਜੇ ਆਪ ਜੀ ਬੱਚੇ ਹੀ ਸਨ ਕਬੀਰ ਸਾਹਿਬ। ਇੱਕ ਜੋਤਸ਼ੀ ਇਹਨਾਂ ਦੇ ਪਿਤਾ ਨੂੰ ਮਿਲਿਆ, ਕਿ ਜਿਹੜਾ ਤੁਹਾਡਾ ਪੁੱਤਰ ਹੈ ਨਾ, ਇਹ ਬਹੁਤ ਵੱਡਾ ਭਗਤ ਹੋਵੇਗਾ, ਕਿਉਂਕਿ ਹਰ ਇੱਕ ਇਨਸਾਨ ਦਾ ਸਾਰਾ ਜੀਵਨ ਲਿਖ ਕੇ ਪਰਮਾਤਮਾ ਨੇ ਸੰਸਾਰ 'ਚ ਭੇਜਿਆ। ਉਹ ਫਿਰ ਜੋ ਲਿਖਿਆ ਹੋਇਆ ਹੈ ਉਹਨੂੰ ਕਹਿੰਦੇ ਨੇ ਕਿਸਮਤ। ਕਿਸਮਤ ਦੇ ਅਨੁਸਾਰ ਮਨੁੱਖ ਦੇ ਵਿਚਾਰ ਬਣਦੇ ਨੇ, ਮਨੁੱਖ ਦਾ ਸੁਭਾਅ ਬਣਦਾ, ਮਨੁੱਖ ਦਾ ਆਦਤਾਂ ਬਣਦੀਆਂ ਨੇ, ਉਹਦੇ ਅਨੁਸਾਰ ਉਹ ਕੰਮ ਕਰਦਾ ਹੈ। ਹੁਣ ਅਗਲੇ ਨੇ ਪਹਿਲਾਂ ਹੀ ਕਹਿਤਾ ਵੀ ਇਹ ਵੱਡਾ ਹੋ ਕੇ ਭਗਤ ਬਣੇਗਾ। ਦੇਖੋ ਫਿਰ ਭਗਤ ਹੀ ਬਣੇ। ਇਸ ਲਈ ਹੁਣ ਕਿਉਂਕਿ ਭਗਤ ਬਣਨਾ ਸੀ, ਬਚਪਨ ਤੋਂ ਹੀ ਆਪ ਜੀ ਦੀ ਰੁਚੀ ਭਗਤੀ ਵਾਲੇ ਪਾਸੇ ਸੀ। ਜਨਮ ਤੋਂ ਹੀ ਆਪ ਜੀ ਰਿੱਧੀਆਂ ਸਿੱਧੀਆਂ ਦੇ ਮਾਲਕ ਸਨ। ਅਜੇ 7 ਕੁ ਸਾਲਾਂ ਦੇ ਸਨ। ਇੱਕ ਵਾਰੀ ਬਾਜ਼ਾਰ 'ਚ ਜਾ ਰਹੇ ਨੇ, ਆਪ ਜੀ ਆਪਣੇ ਧਿਆਨ ਜਾ ਰਹੇ ਨੇ,
ਅੱਗੋਂ ਇੱਕ ਅੰਨੀ ਮਾਈ ਆ ਕੇ ਆਪ ਜੀ ਦੇ ਵਿੱਚ ਵੱਜੀ ਕਬੀਰ ਸਾਹਿਬ ਦੇ। ਕਬੀਰ ਸਾਹਿਬ ਕਹਿੰਦੇ, ਮਾਤਾ ਜੀ ਤੁਹਾਨੂੰ ਚੰਗਾ ਭਲਾ ਦਿਸਦਾ, ਤੁਸੀਂ ਫੇਰ ਵਿੱਚ ਮੇਰੇ ਆ ਕੇ ਵੱਜੇ ਹੋ। ਉਹ ਹੈ ਸੀ ਅੰਨੀ। ਜਦੋਂ ਕਿਹਾ ਮਾਤਾ ਜੀ ਤੁਹਾਨੂੰ ਚੰਗਾ ਭਲਾ ਦਿਸਦਾ, ਤੁਸੀਂ ਫਿਰ ਹੀ ਮੇਰੇ 'ਚ ਆ ਕੇ ਵੱਜੇ ਹੋ, ਉਹਨੂੰ ਨਾਲ ਦੀ ਨਾਲ ਦਿਸਣਾ ਸ਼ੁਰੂ ਹੋ ਗਿਆ। ਬਸ ਫਿਰ ਕਿਸੇ ਬੱਲੇ ਬੱਲੇ ਹੋ ਗਈ। ਕਬੀਰ ਸਾਹਿਬ ਦੀ ਉਸ ਇਲਾਕੇ 'ਚ ਬੱਲੇ ਬੱਲੇ ਕਿਉਂ? ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ ਗੱਲ ਦਾ ਪਤਾ ਲੱਗੀ ਜਾਂਦਾ ਹੈ ਵੀ ਉਹਨਾਂ ਨੇ ਬਚਨ ਕੀਤਾ ਅਤੇ ਅੰਨਾ ਵੀ ਸੁਜਾਖਾ ਹੋ ਗਿਆ ਹੈ। ਮੁਸਲਮਾਨਾਂ ਦੇ ਵਿੱਚ ਜਦੋਂ ਬੱਚਾ 8 ਸਾਲ ਦਾ ਹੋ ਜਾਂਦਾ ਹੈ, ਉਹਦੀ ਫਿਰ ਸੁੰਨਤ ਕੀਤੀ ਜਾਂਦੀ ਹੈ, ਭਾਵ ਉਹਨੂੰ ਮੁਸਲਮਾਨ ਧਰਮ 'ਚ ਉਹਦਾ ਪ੍ਰਵੇਸ਼ ਕਰਾਇਆ ਜਾਂਦਾ ਹੈ। ਜਿਵੇਂ ਆਪਾਂ ਅੰਮ੍ਰਿਤ ਛਕ ਕੇ ਫਿਰ ਜਿਹੜਾ ਹੈ ਖਾਲਸਿਆਂ ਦੇ 'ਚ ਪ੍ਰਵੇਸ਼ ਕਰਦੇ ਹਾਂ। 8 ਸਾਲ ਦੀ ਉਮਰ ਹੋ ਗਈ ਹੈ, ਪਿਤਾ ਨੇ ਸਾਰੇ ਰਿਸ਼ਤੇਦਾਰਾਂ ਨੂੰ ਕਹਿਤਾ ਹੈ ਵੀ ਕੱਲ੍ਹ ਨੂੰ ਸਾਡੇ ਘਰ ਪਹੁੰਚਿਓ, ਮੇਰੇ ਪੁੱਤਰ ਦੀ ਸੁੰਨਤ ਹੋਣੀ ਹੈ। ਸੁੰਨਤ ਨੂੰ ਸ਼ਬਦ ਨੂੰ ਮੈਂ ਇੱਥੇ ਨਾ ਬਿਆਨ ਨਹੀਂ ਕਰ ਸਕਦਾ, ਅਤੇ ਜੇ ਕਿਸੇ ਨੇ ਪੁੱਛਣਾ, ਜਿਹੜੇ ਵੱਡੇ ਬੰਦੇ ਨੇ ਉਹਨਾਂ ਨੂੰ ਪੁੱਛ ਲਿਓ ਵੀ ਇਹ ਕੀ ਬਲਾ ਹੁੰਦੀ ਹੈ। ਸਾਰੇ ਸੱਦ ਲਏ ਗਏ, ਮੌਲਵੀ ਵੀ ਆ ਗਿਆ ਹੈ। ਮੌਲਵੀ ਨੇ ਕਬੀਰ ਸਾਹਿਬ ਨੂੰ ਸੱਦਿਆ ਵੀ ਕਾਕਾ ਤੇਰੀ 8 ਸਾਲ ਦੀ ਉਮਰ ਹੋ ਗਈ ਹੈ, ਤੇਰੀ ਅਸੀਂ ਸੁੰਨਤ ਕਰਨੀ। ਉਹ ਕਹਿੰਦਾ ਮੈਂ ਨਹੀਂ ਕਰਾਉਣੀ। ਨਹੀਂ ਕਾਕਾ, ਮੁਸਲਮਾਨ ਧਰਮ 'ਚ ਪ੍ਰਵੇਸ਼ ਕਰਨ ਲਈ ਸੁੰਨਤ ਕਰਾਉਣਾ ਜ਼ਰੂਰੀ ਹੈ। ਕਹਿੰਦੇ ਸੁੰਨਤ ਕਰਾ ਕੇ ਮੁਸਲਮਾਨ ਧਰਮ 'ਚ ਪ੍ਰਵੇਸ਼ ਹੋਈਦਾ? ਮੌਲਵੀ ਕਹਿੰਦਾ ਹਾਂ। ਕਹਿ ਫਿਰ ਤੁਸੀਂ ਔਰਤਾਂ ਦੀ ਸੁੰਨਤ ਕਿਉਂ ਨਹੀਂ ਕਰਦੇ? ਇਹਦਾ ਮਤਲਬ ਫਿਰ ਉਹ ਮੁਸਲਮਾਨ ਹੀ ਨਹੀਂ ਹੈਗੀਆਂ। ਕਹਿੰਦੇ ਜੇ ਸੁੰਨਤ ਕਰਾ ਕੇ ਹੀ ਮੁਸਲਮਾਨ ਕੋਈ ਬੰਦਾ ਬਣਦਾ ਹੈ ਤਾਂ ਫਿਰ ਤੁਸੀਂ ਔਰਤਾਂ ਦੀ ਸੁੰਨਤ ਕਿਉਂ ਨਹੀਂ ਕਰਦੇ? ਫਿਰ ਤਾਂ ਮੁਸਲਮਾਨ ਨਾ ਹੋਈਆਂ। ਭਰੀ ਸਭਾ ਦੇ ਵਿੱਚ ਬੱਚਾ ਮੌਲਵੀ ਸਾਹਿਬ ਨੂੰ ਕਹਿ ਰਿਹਾ ਹੈ, ਉਹਨਾਂ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ। ਉਹਨੂੰ ਗੁੱਸਾ ਚੜਿਆ, ਉਹ ਲੱਗਾ ਮਾਰਨ। ਜਦੋਂ ਕਬੀਰ ਸਾਹਿਬ ਦੇ ਥੱਪੜ ਮਾਰਿਆ ਨਾ ਅਤੇ ਉਹ ਕੀ ਦੇਖਦੇ, ਉਹਦਾ ਹੱਥ ਐਂ ਹੀ ਖਾਲੀ ਲੰਘ ਗਿਆ। ਕਬੀਰ ਸਾਹਿਬ ਉਸ ਤਰੀ ਖੜ੍ਹੇ ਨੇ, ਉਹਨੇ ਫਿਰ ਥੱਪੜ ਮਾਰਿਆ, ਉਹ ਖਾਲੀ ਹੱਥ ਲੰਘ ਗਿਆ। ਮੌਲਵੀ ਤਾਂ ਘਬਰਾ ਗਿਆ ਵੀ ਆਹ ਕੀ। ਉਹਨੇ ਆਪਣੀ ਟਿੰਡ ਫੋੜੀ ਚੱਕੀ, ਘਰ ਨੂੰ ਤੁਰ ਗਿਆ। ਇਸ ਲਈ ਕਬੀਰ ਸਾਹਿਬ ਨੇ ਸੁੰਨਤ ਨਹੀਂ ਕਰਾਈ। ਉਹ ਕਹਿੰਦੇ ਜੇ ਔਰਤ ਜਿਹੜਾ ਹੈ ਸੁੰਨਤ ਨਹੀਂ ਹੁੰਦੀ ਤਾਂ ਫਿਰ ਮੈਂ ਤਾਂ ਹਿੰਦੂ ਹੀ ਰਹੂੰਗਾ, ਹੁਣ ਮੈਂ ਤਾਂ ਇਸੇ ਤਰ੍ਹਾਂ ਠੀਕ ਹੈ ਜਿਵੇਂ ਮੈਂ ਹਾਂ। ਕੁਝ ਸਮੇਂ ਬਾਅਦ ਕਿਸੇ ਸਾਧੂ ਨੂੰ ਪਤਾ ਲੱਗਾ ਕਿ ਇਹ ਰਿੱਧੀਆਂ ਸਿੱਧੀਆਂ ਦਾ ਮਾਲਕ ਹੈ ਬੱਚਾ, ਪਰ ਅਜੇ ਨਿਗੁਰਾ ਹੈ। ਉਹਨੇ ਕਹਿੰਦੇ ਕਬੀਰ ਸਾਹਿਬ ਤੁਸੀਂ ਗੁਰੂ ਧਾਰਨ ਕਰ ਲਓ, ਕਿਉਂਕਿ ਨਿਗੁਰੇ ਨੂੰ ਪਰਮਾਤਮਾ ਨਹੀਂ ਮਿਲਦਾ। ਹੁਣ ਉਸ ਵੇਲੇ ਜਾਤ ਪਾਤ ਦਾ ਬਹੁਤ ਜ਼ੋਰ ਸੀ। ਜਿਹੜੇ ਸਨ ਇਹ ਧਰਮ ਦੇ ਠੇਕੇਦਾਰ ਸਾਰੇ ਬ੍ਰਾਹਮਣ ਸਨ। ਇਹਨਾਂ ਨੇ ਜਾਤਾਂ ਪਾਤਾਂ ਬਣਾਈਆਂ ਸਨ। ਇਹ ਤਾਂ ਨੀਵੀਂ ਜਾਤ ਵਾਲਿਆਂ ਨੂੰ ਆਪਣੇ ਮੰਦਰ 'ਚ ਹੀ ਨਹੀਂ ਸੀ ਵੜਨ ਦਿੰਦੇ। ਇਹਨਾਂ ਨੂੰ ਪੜ੍ਹਾਈ ਨਹੀਂ ਸੀ ਕਰਾਈ ਜਾਂਦੀ, ਕਿਉਂਕਿ ਉਸ ਵੇਲੇ ਪੜ੍ਹਾਈ ਜਾਂ ਤਾਂ ਮਦਰਸਿਆਂ 'ਚ ਹੁੰਦੀ ਸੀ, ਜਿਹੜੇ ਮੁਸਲਮਾਨਾਂ ਦੇ ਮਸੀਤਾਂ ਮਦਰਸਿਆਂ 'ਚ, ਜਾਂ ਮੰਦਰਾਂ 'ਚ ਹੁੰਦੀ ਸੀ। ਹੁਣ ਕਿਉਂਕਿ ਹਿੰਦੂ ਸਨ, ਕਬੀਰ ਸਾਹਿਬ ਭਾਵੇਂ ਮਾਂ ਪਿਓ ਮੁਸਲਮਾਨ ਸਨ, ਆਪ ਤਾਂ ਮੁਸਲਮਾਨ ਬਣੇ ਹੀ ਨਾ। ਇਸ ਲਈ ਗੁਰੂ ਧਾਰਨ ਕਰਨਾ ਸੀ, ਫਿਰ ਕਿਸੇ ਹਿੰਦੂ ਨੂੰ ਕਰਨਾ ਸੀ। ਜਿਵੇਂ ਆਪਾਂ ਸਿੱਖ ਕਿਸੇ ਸਿੱਖ ਨੂੰ ਗੁਰੂ ਧਾਰਨ ਕਰਦੇ ਹਾਂ।
ਉਸ ਵੇਲੇ ਰਾਮਾਨੰਦ ਸੀ ਸਨ। ਬਨਾਰਸ ਦੇ ਵਿੱਚ ਬ੍ਰਹਮ ਗਿਆਨੀ ਰਾਮਾਨੰਦ ਜੀ ਹੀ ਸਨ, ਕਿਉਂਕਿ ਗੁਰੂ ਵੀ ਤੇ ਪੂਰਨ ਨੂੰ ਧਾਰਨ ਕੀਤਾ ਜਾ ਸਕਦਾ। ਜਿਹੜਾ ਵਿਚਾਰਾ ਆਪ ਹੀ ਅਧੂਰਾ ਹੈ, ਉਹ ਆਪਣੇ ਚੇਲੇ ਨੂੰ ਪੂਰਾ ਕਿੱਥੋਂ ਕਰੇਗਾ? ਤੇ ਗੁਰਬਾਣੀ ਕਹਿੰਦੀ ਕਾਚੇ ਗੁਰ ਤੇ ਮੁਕਤ ਨਾ ਹੋਈ। ਜਿਹੜਾ ਆਪ ਹੀ ਕੱਚਾ, ਉਸ ਮੁਕਤੀ ਨਹੀਂ ਹੋਣੀ। ਹੁਣ ਕਬੀਰ ਸਾਹਿਬ ਨੂੰ ਪਤਾ ਸੀ ਵੀ ਇਹਨਾਂ ਨੇ ਮੈਨੂੰ ਗੁਰਮੰਤਰ ਨਹੀਂ ਦੇਣਾ, ਤੇ ਗੁਰਮੰਤਰ ਲੈਣਾ ਜ਼ਰੂਰੀ ਹੈ। ਉਹਨਾਂ ਦੇਖਿਆ ਵੀ ਰਾਮਾਨੰਦ ਜੀ ਰੋਜ਼ ਗੰਗਾ ਇਸ਼ਨਾਨ ਕਰਨ ਜਾਂਦੇ ਨੇ ਅੰਮ੍ਰਿਤ ਵੇਲੇ, ਮੂੰਹ ਹਨੇਰੇ। ਆਪ ਹੀ ਦੇਖਿਆ ਵੀ ਰੋਜ਼ ਇਹ ਇੱਥੋਂ ਲੰਘ ਕੇ ਹੇਠਾਂ ਜਾਂਦੇ ਨੇ ਇਸ਼ਨਾਨ ਕਰਨ। ਜਿੱਥੋਂ ਲੰਘ ਕੇ ਜਾਂਦੇ ਜਾਂ ਆਉਂਦੇ ਸਨ, ਆਪ ਜੀ ਉੱਥੇ ਪੌੜੀਆਂ 'ਚ ਲੇਟ ਗਏ। ਮੂੰਹ ਹਨੇਰਾ ਹੋਣ ਕਰਕੇ ਜਦੋਂ ਰਾਮਾਨੰਦ ਜੀ ਇਸ਼ਨਾਨ ਕਰਕੇ ਬਾਹਰ ਆ ਰਹੇ ਸਨ, ਤਾਂ ਉਹਨਾਂ ਦਾ ਪੈਰ ਕਬੀਰ ਸਾਹਿਬ ਦੇ ਸਰੀਰ ਨੂੰ ਲੱਗਾ। ਉਹਨਾਂ ਦੇਖਿਆ ਕੋਈ ਬੰਦਾ ਸੁੱਤਾ ਹੋਇਆ ਹੈ। ਉਹਨਾਂ ਨੇ ਸਹਿਜ ਸੁਭਾਅ ਕਿਹਾ, ਅਰੇ ਰਾਮ ਕੇ ਉੱਠ, ਰਾਮ ਕਹੋ। ਤੇ ਕਬੀਰ ਸਾਹਿਬ ਨੂੰ ਗੁਰਮੰਤਰ ਮਿਲ ਗਿਆ, ਰਾਮ। ਇਸ ਤਰ੍ਹਾਂ ਤਾਂ ਉਹਨਾਂ ਨੇ ਗੁਰਮੰਤਰ ਲਿਆ ਵਿਚਾਰੇ ਨੂੰ। ਚਲੋ ਗੁਰਮੰਤਰ ਮਿਲ ਗਿਆ ਹੈ, ਮਨ ਨੂੰ ਬੜੀ ਤਸੱਲੀ ਹੋਈ ਹੈ ਕਿ ਮੈਂ ਹੁਣ ਨਿਗੋਰਾ ਨਹੀਂ ਰਿਹਾ, ਹੁਣ ਮੈਨੂੰ ਪਰਮਾਤਮਾ ਪ੍ਰਾਪਤ ਹੋ ਸਕਦਾ ਹੈ। ਤਾਂ ਹੀ ਮੈਂ ਆਪ ਜੀ ਨੂੰ ਕਈ ਵਾਰੀ ਕਥਾ 'ਚ ਕਿਹਾ ਕਿ ਜੇ ਤਾਂ ਤੁਸੀਂ ਪਰਮਾਤਮਾ ਨੂੰ ਮਿਲਣਾ ਨਹੀਂ ਚਾਹੁੰਦੇ, ਫਿਰ ਕੋਈ ਗੱਲ ਨਹੀਂ, ਭਾਵੇਂ ਅੰਮ੍ਰਿਤ ਧਾਰੀ ਨਾ ਵੀ ਬਣੋ, ਆਪਣਾ ਸਿੱਖੀ ਸਰੂਪ 'ਚ ਰਹੀ ਜਾਓ, ਭਜਨ ਬੰਦਗੀ ਕਰੀ ਜਾਓ, ਬਾਣੀ ਪੜ੍ਹੀ ਜਾਓ। ਪਰ ਜਦੋਂ ਤੁਹਾਡਾ ਮਨ ਬਣ ਜਾਏ ਕਿ ਮੈਂ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਫਿਰ ਤੁਹਾਨੂੰ ਅੰਮ੍ਰਿਤ ਛਕਣਾ ਪਏਗਾ, ਫਿਰ ਗੁਰੂ ਵਾਲੇ ਹੋਣਾ ਪਏਗਾ। ਕਿਉਂਕਿ ਨਿਗੋਰੇ ਨੂੰ ਕਿਸੇ ਵੀ ਧਰਮ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਹਰ ਇੱਕ ਧਰਮ, ਕਿਸੇ ਧਰਮ ਦਾ ਬੰਦਾ, ਉਹਨੂੰ ਗੁਰੂ ਧਾਰਨ ਕਰਨਾ ਪੈਂਦਾ ਹੈ। ਆਪ ਜੀ ਕਿਉਂਕਿ ਪਿਤਾ ਪੁਰਖ ਹੀ ਕੰਮ ਕਰਦੇ ਸਨ, ਜੁਲਾਹੇ ਦਾ ਕੱਪੜਾ ਬੁਣ ਕੇ ਬਾਜ਼ਾਰ 'ਚ ਵੇਚਿਆ ਕਰਦੇ ਸਨ। ਇੱਕ ਵਾਰੀ ਸਰਦੀਆਂ ਦਾ ਮੌਸਮ ਹੈ, ਆਪ ਜੀ ਕੱਪੜਾ ਲੈ ਕੇ ਬਾਜ਼ਾਰ 'ਚ ਵੇਚਣ ਜਾ ਰਹੇ ਨੇ। ਅੱਗੇ ਪਰਮਾਤਮਾ ਇੱਕ ਗਰੀਬ ਸਾਧੂ ਦਾ ਰੂਪ ਧਾਰ ਕੇ ਖੜਾ ਰਾਹ 'ਚ। ਕਬੀਰ ਸਾਹਿਬ ਕੋਲੇ ਕੱਪੜਾ ਵੇਖ ਕੇ ਉਹ ਸਾਧੂ ਕਹਿੰਦਾ, ਬਈ ਕਬੀਰ ਸਾਹਿਬ, ਸਰਦੀਆਂ ਦਾ ਮੌਸਮ ਹੈ, ਮੇਰੇ ਤਨ 'ਤੇ ਕੱਪੜੇ ਨਹੀਂ ਹੈਗੇ, ਕਿਰਪਾ ਕਰਕੇ ਮੈਨੂੰ ਕੱਪੜਾ ਹੀ ਦੇ ਦਿਓ। ਕਬੀਰ ਸਾਹਿਬ ਕਹਿੰਦੇ ਵੀ ਕਿੰਨਾ ਕੁ ਚਾਹੀਦਾ? ਚਲੋ ਵੀ ਚਲੋ ਮੈਂ ਉਹਨਾਂ ਦੇ ਦੇਣਾ। ਕਹਿੰਦਾ ਜੀ ਜਿੰਨਾ ਤੁਹਾਡੇ ਕੋਲ ਸਾਰੇ ਹੀ ਦੇ ਦਿਓ। ਜਿਹੜੇ ਭਗਤ ਹੁੰਦੇ ਨੇ, ਸੰਤ ਮਹਾਤਮਾ ਵਾਕਈ ਹੁੰਦੇ ਨੇ, ਉਹ ਹੁੰਦਾ ਦਿਆਲੂ। ਹੁਣ ਸਵਾਲ ਪੈਂਦਾ, ਦਿਆਲੂ ਕਿਉਂ ਹੁੰਦੇ ਨੇ? ਕਿਉਂਕਿ ਨਾਮ ਜਪਦੇ ਨੇ। ਨਾਮ ਜਪਦਿਆਂ ਜਪਦਿਆਂ ਜੋ ਪਰਮਾਤਮਾ ਦੇ ਗੁਣ ਨੇ ਉਹ ਉਹਨਾਂ ਵਿੱਚ ਪ੍ਰਵੇਸ਼ ਕਰ ਜਾਂਦੇ ਨੇ, ਅਤੇ ਪਰਮਾਤਮਾ ਕਿਰਪਾਲੂ ਹੈ, ਦਿਆਲੂ ਹੈ। ਮੰਨ ਲਓ ਜੇ ਪਰਮਾਤਮਾ ਨੂੰ ਸਾਡੇ 'ਤੇ ਦਇਆ ਹੀ ਨਾ ਆਵੇ, ਉਹ ਸਾਡੀ ਕੋਈ ਮਦਦ ਨਹੀਂ ਕਰੇਗਾ। ਆਓ ਜਾਓ ਜਾਓ ਆਪਣੀ ਕਿਸਮਤ ਭੋਗੀ ਜਾਓ। ਉਹ ਦਿਆਲੂ ਹੈ। ਨਾਮ ਜਪਣ ਵਾਲਾ ਵੀ ਹੌਲੀ ਹੌਲੀ ਦਿਆਲੂ ਹੋ ਜਾਂਦਾ ਹੈ। ਦਿਆਲੂ ਬੰਦਾ ਕਿਸੇ ਦੀ ਮਜਬੂਰੀ ਨੂੰ ਵੇਖ ਨਹੀਂ ਸਕਦਾ। ਉਹਦੀ ਇੱਛਾ ਹੁੰਦੀ ਹੈ ਮੈਂ ਇਹਦੀ ਸਹਾਇਤਾ ਕਰਾਂ। ਹੁਣ ਉਹਨਾਂ ਨੇ ਕੱਪੜਾ ਵੇਚ ਕੇ ਘਰ ਦਾ ਗੁਜ਼ਾਰਾ ਕਰਨਾ ਸੀ, ਕੋਈ ਸੌਦਾ ਖਰੀਦ ਕੇ ਲਿਆਉਣਾ ਸੀ। ਅੱਗੋਂ ਸਾਧੂ ਨੇ ਸਾਰਾ ਹੀ ਕੱਪੜਾ ਮੰਗ ਲਿਆ। ਕਬੀਰ ਸਾਹਿਬ ਨੇ ਉਹਨੂੰ ਸਾਰਾ ਕੱਪੜਾ ਦੇ ਦਿੱਤਾ। ਹੁਣ ਕਬੀਰ ਸਾਹਿਬ ਨੇ ਸੋਚਿਆ ਜੇ ਮੈਂ ਘਰ ਗਿਆ ਤੇ ਮਾਈ ਲੋਈ ਜੀ ਘਰ ਵਾਲੀ ਉਹ ਲੜੇਗੀ ਵੀ ਆਪਾਂ ਗਰੀਬ ਬੰਦੇ ਹਾਂ, ਕਈ ਦਿਨ ਲਾ ਕੇ ਆਪਾਂ ਇਹ ਕੱਪੜਾ ਤਿਆਰ ਕੀਤਾ ਸੀ,
ਅਤੇ ਤੁਸੀਂ ਉੱਥੇ ਮੁਫਤ ਹੀ ਦੇ ਆਏ ਹੋ, ਘਰ ਨੂੰ ਹੀ ਨਹੀਂ ਗਏ। ਕਈ ਵਾਰੀ ਬੀਬੀਆਂ ਮੇਰੇ ਕੋਲ ਆ ਜਾਂਦੀਆਂ, ਮੈਂ ਦੇਖੋ ਪਤੀ ਨਾਰਾਜ਼ ਹੋ ਰਿਹਾ ਹੈ, ਆਪਾਂ ਇਹ ਸਮਾਂ ਟਾਲਣਾ, ਚੁੱਪ ਕਰੋ। ਪਤੀ ਪਤਨੀ ਦਾ ਜਿਹੜਾ ਉਬਾਲ ਹੈ ਨਾ, ਇਹ 2-4 ਮਿੰਟਾਂ ਦੇ ਹੁੰਦਾ, ਦੁਸ਼ਮਣੀ ਤਾਂ ਹੁੰਦੀ ਹੀ ਨਹੀਂ। ਠੀਕ ਹੈ, ਕਿਸੇ ਗੱਲ 'ਤੇ ਗੁੱਸਾ ਆ ਜਾਂਦਾ ਹੈ, ਮੈਂ ਕਿਹਾ ਚੁੱਪ ਰਹੋ, ਆਪੇ ਵਿਚਾਰ ਬੋਲ ਕੇ ਹੱਟ ਉੱਠ ਜਾਵੇ, ਕਿੰਨੀ ਕੁ ਦੇਰ ਬੋਲੇਗਾ। ਮੈਂ ਉਹ ਵੀ ਬੋਲ ਰਿਹਾ, ਅੱਗੋਂ ਤੁਸੀਂ ਵੀ ਬੋਲ ਰਹੇ ਹੋ, ਫਿਰ ਤੁਹਾਨੂੰ ਛਡਾਏਗਾ ਕੌਣ? ਦੇਖੋ, ਜੇ ਇੱਕ ਵਾਰ ਬੱਸ 'ਚ ਬੈਠਾ ਅਤੇ ਗੀਤ ਗਾ ਰਿਹਾ, ਕਹਿੰਦਾ ਆਪਾਂ ਦੋ ਹੀ ਜੀਅ ਹਾਂ, ਅਤੇ ਜੇ ਆਪਾਂ ਦੋਨੋਂ ਰੁੱਸ ਗਏ ਆਪਾਂ ਨੂੰ ਮਨਾਏਗਾ ਕੌਣ? ਮੈਂ ਯਾਰ ਗੱਲ ਤਾਂ ਬੜੀ ਵਧੀਆ। ਉਹ ਕਵਿਤਾ ਦੀ 2 ਲਾਈਨਾਂ ਮੈਨੂੰ ਯਾਦ ਰਹੀ, ਉਹਦਾ ਭਾਵ ਮੈਨੂੰ ਯਾਦ ਰਿਹਾ। ਕਹਿੰਦੇ ਆਪਾਂ ਦੋ ਹੀ ਹਾਂ, ਜੇ ਆਪਾਂ ਰੁੱਸ ਗਏ ਆਪਾਂ ਨੂੰ ਮਨਾਏਗਾ ਕੌਣ? ਕਿਉਂਕਿ ਮਨਾਉਣ ਲਈ ਤੀਜਾ ਚਾਹੀਦਾ। ਇਸ ਲਈ ਉਹਨਾਂ ਕਿਹਾ ਵੀ ਚਲੋ ਆਪੇ ਥੋੜ੍ਹੀ ਦੇਰ ਨੂੰ ਗੁੱਸਾ ਢਾਲਾ ਹੋ ਜਾਏਗਾ, ਫਿਰ ਘਰ ਚਲੇ ਜਾਵਾਂਗੇ। ਆਪ ਵੀ ਆਪਣਾ ਭਜਨ ਬੰਦਗੀ ਕਰਨ ਲੱਗ ਪਏ। ਪਰਮਾਤਮਾ ਨੇ ਦੇਖਿਆ ਮੇਰਾ ਭਗਤ ਜਿਹੜਾ ਵਾਕਈ ਭਗਤ ਹੈ। ਪਰਮਾਤਮਾ ਨੇ ਕੀ ਕੀਤਾ, ਸਮਾਨ ਦਾ ਗੱਡਾ ਭਰਿਆ, ਉਹਨਾਂ ਦੇ ਘਰ ਛੱਡੇ। ਕਹਿੰਦੇ ਅੱਜ ਕਬੀਰ ਸਾਹਿਬ ਨੇ ਮੈਨੂੰ ਭੇਜਿਆ ਸਮਾਨ ਦੇ ਕੇ, ਉਹਨਾਂ ਦਾ ਕੱਪੜਾ ਬਹੁਤ ਮਹਿੰਗਾ ਵਿਕ ਗਿਆ ਹੈ, ਆਹ ਲਓ ਸਮਾਨ। ਮਾਈ ਲੋਈ ਜਵਾਕ ਜੇ ਖੁਸ਼ ਹੋ ਗਏ, ਵੀ ਆਹ ਬੱਲੇ ਬੱਲੇ ਬਹੁਤ ਸਮਾਨ ਆ ਗਿਆ। ਹੌਲੀ ਹੌਲੀ ਕਬੀਰ ਸਾਹਿਬ ਵੀ ਘਰ ਪਹੁੰਚ ਗਏ। ਉਹਨਾਂ ਨਹੀਂ ਪਤਾ ਕਿ ਇਸ ਤਰ੍ਹਾਂ ਹੋ ਗਿਆ। ਬੜਾ ਲੋਈ ਖੁਸ਼ ਹੋ ਕੇ ਮਿਲੀ ਹੈ। ਕਹਿੰਦੇ ਜੀ ਅੱਜ ਤੱਕ ਕੱਪੜਾ ਐਂ ਲੱਗਦਾ ਬੜਾ ਮਹਿੰਗਾ ਵਿਕਿਆ, ਬੜਾ ਸਮਾਨ ਘਰ ਗੱਡਾ ਭਰ ਕੇ ਤੁਸੀਂ ਸਮਾਨ ਭੇਜਿਆ। ਕਬੀਰ ਸਾਹਿਬ ਸਮਝ ਗਏ ਵੀ ਓਹੋ, ਇਹ ਤਾਂ ਪਰਮਾਤਮਾ ਦਾ ਖੇਲ ਹੈ। ਇਸ ਲਈ ਉਹਨਾਂ ਨੇ ਕੁਛ ਨਹੀਂ ਕਿਹਾ ਵੀ ਇਹ ਕੀ ਹੋਇਆ ਅਤੇ ਕੀ ਨਾ ਹੋਇਆ। ਕਿਉਂਕਿ ਕੁਝ ਭੇਦ ਵਾਲੀਆਂ ਧਰਮ 'ਚ ਗੱਲਾਂ ਹੁੰਦੀਆਂ, ਜੋ ਆਮ ਲੋਕਾਂ ਨਾਲ ਸਾਂਝੀਆਂ ਕਰਨ ਲੱਗ ਜੇ ਨਾ, ਫਿਰ ਉਹ ਕਈ ਵਾਰੀ ਉਹ ਗੱਲਾਂ ਨਹੀਂ ਰਹਿੰਦੀਆਂ। ਮੰਨ ਲਓ ਤੁਸੀਂ ਸ਼ੁਰੂ ਭਜਨ ਬੰਦਗੀ ਕਰਨ ਲੱਗੇ ਹੋ, ਜਦੋਂ ਸ਼ੁਰੂ ਕਰਦੇ ਬੜੀ ਸ਼ਰਧਾ ਭਾਵਨਾ ਹੁੰਦੀ ਹੈ, ਬੜੀ ਸ਼ਰਧਾ ਭਾਵਨਾ ਹੋਣ ਕਰਕੇ ਤੁਹਾਨੂੰ ਕੁਝ ਦ੍ਰਿਸ਼ ਵਿਖਾਈ ਦੇਣ ਲੱਗ ਜਾਂਦੇ ਨੇ। ਤੁਸੀਂ ਹਰ ਇੱਕ ਨੂੰ ਦੱਸਦੇ ਫਿਰਦੇ, ਮੈਨੂੰ ਐਂ ਦਿਸਿਆ, ਮੈਨੂੰ ਫਲਾਣੇ ਦੇ ਦਰਸ਼ਨ ਹੋਏ। ਉਹ ਮਗਰੋਂ ਫਿਰ ਕਈ ਵਾਰੀ ਹੁੰਦੇ ਨਹੀਂ, ਮੁੜ ਕੇ ਉਹ ਹੁੰਦੇ ਨਹੀਂ। ਇਸ ਲਈ ਭਜਨ ਬੰਦਗੀ ਕਰਨ ਵਾਲੇ ਨੂੰ ਅਗਰ ਕੋਈ ਇਸ ਤਰ੍ਹਾਂ ਦ੍ਰਿਸ਼ ਦਿਸਣ ਤਾਂ ਆਮ ਨਹੀਂ ਉਹਨੇ ਕਿਸੇ ਨੂੰ ਗੱਲ ਕਰਨੀ। ਜਿਸ ਦਾ ਉਹਨੂੰ ਵਿਸ਼ਵਾਸ ਹੈ ਕਿ ਬੰਦਾ ਮੇਰੇ ਤੋਂ ਭਜਨ ਬੰਦਗੀ ਸੀਨੀਅਰ ਹੈ ਸਿਰਫ, ਜਾਂ ਕਿਸੇ ਸਾਧੂ ਸੰਤ ਨਾਲ ਉਹ ਗੱਲ ਕਰਨੀ ਚਾਹੀਦੀ ਹੈ, ਤਾਂ ਜੋ ਅੱਗੇ ਗਾਈਡ ਕਰ ਸਕਣ ਕਿ ਹਾਂ ਭਾਈ ਤੂੰ ਲੱਗਾ ਰਹੇ, ਆਹ ਕਰ, ਆਹ ਨਾ ਕਰ। ਸੋ ਇਸ ਪ੍ਰਕਾਰ ਪਰਮਾਤਮਾ ਨੇ ਆਪਣੇ ਭਗਤ ਦੀ ਲਾਜ ਰੱਖੀ ਹੋਈ, ਕਿਉਂਕਿ ਪਰਮਾਤਮਾ ਦਾ ਕੰਮ ਹੀ ਹੈ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਥ। ਹੌਲੀ ਹੌਲੀ ਕੀ ਹੋਇਆ, ਇਲਾਕੇ 'ਚ ਕਬੀਰ ਹੋ ਰਹੀ ਹੈ। ਪੰਡਤਾਂ ਹੁਣ ਪੰਡਤ ਸਨ, ਉਹਨਾਂ ਨੂੰ ਈਰਖਾ ਹੋ ਗਈ ਬਈ ਸਾਡੀ ਮਾਨਤਾ ਨਹੀਂ ਹੁੰਦੀ, ਕਬੀਰ ਹੋ ਰਹੀ ਹੈ। ਉਹਨਾਂ ਕੀ ਛੜਯੰਤਰ ਰਚਿਆ, ਉਹਨਾਂ ਨੇ ਢੰਡੋਰਾ ਪਟਵਾਤਾ ਬਈ ਅੱਜ ਸ਼ਾਮੀ ਨਾ ਦੁਪਹਿਰ ਤੋਂ ਬਾਅਦ ਕਬੀਰ ਸਾਹਿਬ ਦੇ ਘਰ ਪ੍ਰੀਤੀ ਭੋਜਨ ਹੈ, ਜਿਹਨੂੰ ਆਪਾਂ ਲੰਗਰ ਕਹਿੰਦੇ। ਵੀ ਸਾਰੇ ਪੰਡਤਾਂ ਨੂੰ ਕਬੀਰ ਸਾਹਿਬ ਨੇ ਬੁਲਾਇਆ ਵੀ ਪ੍ਰੀਤੀ ਭੋਜਨ 'ਤੇ ਪਹੁੰਚੋ। ਉਹ ਚਲੋ ਜੀ, ਬਹੁਤ ਸਾਰੇ ਪੰਡਤ ਇਕੱਠੇ ਹੋ ਕੇ ਆ ਗਏ। ਮਾਈ ਲੋਈ ਕਹਿੰਦੀ ਵੀ ਆਹ ਕੀ? ਉਹ ਕਹਿੰਦੇ ਕੋਈ ਗੱਲ ਨਹੀਂ ਮਾਈ ਲੋਈ। ਕਹਿੰਦੇ ਆਪਣੇ ਘਰ ਤਾਂ ਕੁਛ ਹੈ ਹੀ ਨਹੀਂ, ਇਹ ਤਾਂ 70-80 ਆ ਗਏ ਨੇ, ਆਪਾਂ ਇਹਨਾਂ ਨੂੰ ਕੀ ਖਵਾਵਾਂਗੇ? ਕਹਿੰਦੇ ਕੋਈ ਨਹੀਂ, ਬਹਿ ਲੈਣ। ਆਓ ਜੀ ਪੰਡਿਤ ਜੀ, ਆਓ ਜੀ ਪੰਡਿਤ, ਬੈਠੋ ਜੀ, ਪੰਗਤ ਬਣਾਓ ਜੀ। ਪੰਗਤਾਂ ਲੱਗ ਗਈਆਂ।
ਮਾਈ ਲੋਈ ਕੰਨ 'ਚ ਆ ਕੇ ਕਹਿੰਦੀ ਵੀ ਘਰ ਤਾਂ ਕੁਛ ਹੈ ਨਹੀਂ, ਤੁਸੀਂ ਇਹਨਾਂ ਦੀ ਪੰਗਤਾਂ ਲਵਾ ਲਈਆਂ ਨੇ, ਇਹਨਾਂ ਦੇ ਅੱਗੇ ਕੀ ਧਰਾਂਗੇ। ਜਿਵੇਂ ਸਾਡੇ ਪਿੰਡ 'ਚ ਇੱਕ ਮਰਾਸੀ ਅਤੇ ਮਰਾਸਨ ਸਨ ਪਾਕਿਸਤਾਨ, ਇਹ ਗਰੀਬ ਸਨ। ਉਹ ਜਿਹੜਾ ਸੀ ਦਰਵਾਜ਼ੇ ਨੂੰ ਕੋਈ ਲੱਕੜ ਨਹੀਂ ਸੀ ਲੱਗੀ ਹੋਈ, ਚੁਗਾੜ ਸੀ ਬਸ, ਪਲੜੇ ਨਹੀਂ ਸਨ, ਚੰਨ ਚਾਨਣੀ ਰਾਤ ਸੀ, ਚੰਨ ਦੀ ਰੋਸ਼ਨੀ ਅੰਦਰ ਪੈ ਰਹੀ ਕਮਰੇ 'ਚ। ਮਰਾਸੀ ਮਰਾਸਨ ਕੁਦਰਤੀ ਅਜੇ ਜਾਗ ਰਹੇ ਨੇ, ਅਜੇ ਬੋਲ ਨਹੀਂ ਰਹੇ ਪਰ ਅਜੇ ਜਾਗ ਰਹੇ ਨੇ। ਚੋਰ ਆ ਵੜਿਆ ਇੱਕ, ਉਹ ਭਾਲਦਾ ਕੁਛ, ਮਰਾਸੀ ਮਖੌਲੀ ਹੁੰਦੇ ਨੇ। ਮਰਾਸੀ ਬੈਠਾ ਹੋ ਗਿਆ, ਕਹਿੰਦਾ ਜਜਮਾਨ ਸਾਨੂੰ ਤੇ ਇਸੇ ਦਿਨੇ ਕੁਛ ਨਹੀਂ ਲੱਭਾ ਤੇ ਤੁਸੀਂ ਰਾਤ ਨੂੰ ਲੱਭਣ ਆ ਗਏ ਹੋ। ਤੇ ਮਾਈ ਲੋਈ ਕਹਿੰਦੀ ਵੀ ਆਪਣੇ ਘਰ ਤਾਂ ਕੁਛ ਹੈ ਹੀ ਨਹੀਂ। ਕਹਿੰਦੇ ਮਾਈ ਲੋਈ ਘਬਰਾ ਨਾ ਤੂੰ, ਦਰਵਾਜ਼ਾ ਖੋਲ੍ਹ ਕੇ ਵੇਖ ਕਮਰੇ ਦਾ। ਜੋ ਦਰਵਾਜ਼ਾ ਖੋਲ੍ਹ ਕੇ ਵੇਖਿਆ, ਥਾਲਾਂ ਦੇ ਥਾਲ ਭਾਂਤ ਭਾਂਤ ਦੀਆਂ ਮਠਿਆਈਆਂ ਨਾਲ ਭਰੇ ਪਏ ਨੇ। ਕਹਿੰਦੇ ਲਓ ਜੀ ਪੰਡਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਆਏ ਹੋ, ਸਾਨੂੰ ਦਰਸ਼ਨ ਦਿੱਤੇ, ਗਰੀਬ ਦੇ ਘਰ ਤੁਸੀਂ ਚਰਨ ਪਾਏ ਨੂੰ। ਰੋਟੀ ਦਾਲ ਤਾਂ ਤੁਸੀਂ ਰੋਜ਼ ਹੀ ਖਾਂਦੇ ਹੋ, ਅੱਜ ਤੁਹਾਨੂੰ ਨਾ ਬਰਫੀ ਨਾਲ ਰਜਾਵਾਂਗੇ। ਪੰਡਤ ਅੰਦਰ ਅੰਦਰ ਹੱਸ ਰਹੇ ਨੇ, ਵੀ ਕਿੱਥੋਂ ਰਜਾਊਗਾ। ਜਦੋਂ ਥਾਲ ਲਿਆ ਕੇ ਲੱਗੇ ਨਾ ਵਰਤਾਨ, ਵਿਚਾਰੇ ਸ਼ਰਮਿੰਦੇ ਹੋ ਗਏ ਵੀ ਅਸੀਂ ਤਾਂ ਐਸੇ ਦਾ ਜਲੂਸ ਕੱਢਣ ਅਤੇ ਇੱਥੇ ਤਾਂ ਭਾਣਾ ਹੀ ਕੋਈ ਹੋਰ ਵਰਤ ਗਿਆ ਹੈ। ਸੋ ਸਾਰਿਆਂ ਨੇ ਖਾਧਾ ਪੀਤਾ ਅਤੇ ਸ਼ਰਮਿੰਦੇ ਹੋ ਕੇ ਉੱਥੇ ਚਲੇ ਗਏ। ਇੱਕ ਵਾਰੀ ਆਪ ਜੀ ਬੈਠੇ, ਕਿਉਂਕਿ ਸਤਸੰਗ ਹੋਣ ਲੱਗ ਪਈ, ਹੌਲੀ ਹੌਲੀ ਸੰਗਤ ਆਉਣ ਲੱਗ ਪਈ, ਪਤਾ ਲੱਗ ਗਿਆ ਵੀ ਭਗਤ ਨੇ ਜੀ। ਬੈਠੇ ਹਾਂ, ਸੰਗਤ ਦੇ ਵਿੱਚ ਇੱਕ ਬੰਦਾ ਪੁੱਛਦਾ ਹੈ ਵੀ ਭਗਤ ਜੀ ਇਹ ਮਨੁੱਖ ਸੁਖੀ ਕਿਵੇਂ ਹੋ ਸਕਦਾ ਹੈ। ਭਗਤ ਜੀ ਕਹਿੰਦੇ ਬਈ ਦੇਖੋ, ਤੁਸੀਂ ਧਾਰਮਿਕ ਗ੍ਰੰਥ ਪੜ੍ਹਦੇ ਹੋ, ਧਾਰਮਿਕ ਗ੍ਰੰਥ ਸੁਣਦੇ ਹੋ, ਧਾਰਮਿਕ ਗ੍ਰੰਥਾਂ ਨੂੰ ਗਾਉਂਦੇ ਵੀ ਹੋ। ਪੜ੍ਹਨ ਨਾਲ, ਸੁਣਨ ਨਾਲ, ਗਾਉਣ ਨਾਲ ਤੁਸੀਂ ਸੁਖੀ ਨਹੀਂ ਹੋ ਸਕਦੇ। ਤੁਸੀਂ ਉਸ 'ਤੇ ਅਮਲ ਕਰਨ ਨਾਲ ਸੁਖੀ ਹੋ ਸਕਦੇ ਹੋ। ਜਿੰਨਾ ਚਿਰ ਅਸੀਂ ਗਿਆਨ 'ਤੇ ਅਮਲ ਨਹੀਂ ਕਰਦੇ, ਭਾਵ ਜਿੰਨਾ ਚਿਰ ਗਿਆਨ ਅਨੁਸਾਰ ਅਸੀਂ ਆਪਣਾ ਜੀਵਨ ਨਹੀਂ ਜਿਉਂਦੇ, ਉਨਾ ਚਿਰ ਅਸੀਂ ਸੁਖੀ ਨਹੀਂ ਹੋ ਸਕਦੇ। ਅਤੇ ਸਾਰੀ ਬਾਣੀ ਦਾ ਤੱਤ ਸਾਰ ਵੀ ਇਹੀ ਹੈ। ਪੜ੍ਹਿਆ ਨਾਹੀਂ ਭੇਦ ਬੁੱਝਿਆ ਪਵਨ। ਨਿਰਾ ਪੜ੍ਹਨ ਨਾਲ ਪਰਮਾਤਮਾ ਦਾ ਭੇਤ ਨਹੀਂ ਆਉਂਦਾ। ਜੋ ਪੜ੍ਹਿਆ ਜਦੋਂ ਉਸ 'ਤੇ ਅਸੀਂ ਅਮਲ ਕਰਾਂਗੇ, ਫਿਰ ਸਾਨੂੰ ਪਰਮਾਤਮਾ ਬਾਰੇ ਪਤਾ ਲੱਗੇਗਾ। ਪੜ੍ਹ ਲਿਆ ਜੀ, ਸਿਮਰਨ ਕਰਨਾ ਚਾਹੀਦਾ ਹੈ। ਸਿਮਰਨ ਕਰਨਾ ਪਰਮਾਤਮਾ ਮਿਲਦਾ ਹੈ ਜੀ। ਰੋਜ਼ ਆਹੀ ਪੜ੍ਹੀ ਗਏ, ਸਿਮਰਨ ਕਰਨ ਨਾਲ ਪਰਮਾਤਮਾ ਮਿਲਦਾ ਜੀ। ਸਿਮਰਨ ਕਰਨਾ ਪਰਮਾਤਮਾ ਮਿਲਦਾ ਜੀ, ਅਤੇ ਸਿਮਰਨ ਕਰਨਾ ਹੀ ਨਹੀਂ। ਪੜ੍ਹ ਲਿਆ ਜੀ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਓ। ਪੜ੍ਹ ਲਿਆ ਵੀ ਸਿਮਰਨ ਕਰਨ ਨਾਲ ਸੁੱਖ ਮਿਲਦਾ। ਸਿਮਰਨ ਕਰਨਾ ਹੀ ਨਹੀਂ, ਬਸ ਇਸੇ ਪੰਕਤੀ ਨੂੰ ਹੀ ਪੜ੍ਹੀ ਜਾਂਦੇ ਰੋਜ਼। ਕਹਿੰਦੇ ਇਸ ਤਰ੍ਹਾਂ ਪੜ੍ਹਨ ਨਾਲ, ਗਾਉਣ ਨਾਲ, ਸੁਣਨ ਨਾਲ ਸੁੱਖ ਨਹੀਂ ਮਿਲਦਾ। ਸੁੱਖ ਜਿਵੇਂ ਪੜ੍ਹਿਆ ਨਾ, ਜਿਵੇਂ ਸੁਣੇ, ਉਵੇਂ ਕਰਨ ਨਾਲ ਮਿਲਦਾ ਹੈ। ਜੇ ਕਿਤੇ ਅਸੀਂ ਕਰਨ ਲੱਗ ਜਾਈਏ ਨਾ, ਸਾਨੂੰ ਬਹੁਤਾ ਪੜ੍ਹਨ ਦੀ ਲੋੜ ਹੀ ਨਹੀਂ। ਸਾਰਾ ਸੁੱਖ ਨਹੀਂ ਸਾ ਪੜ੍ਹਨ ਦੀ, ਫਿਰ ਲੋੜ ਹੀ ਨਹੀਂ। ਪਹਿਲੀ ਹੀ ਪੰਕਤੀ ਪੜ੍ਹੀ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਬਾ ਗੁਟਕਾ ਰੱਖ ਦਿਓ ਟੇਬਲ 'ਤੇ, ਅਤੇ ਫਿਰ ਸਾਲਾਂ ਬੱਧੀ ਸਿਮਰਨ ਕਰਦੇ ਰਹੋ ਅਤੇ ਸੁੱਖ ਦੀ ਪ੍ਰਾਪਤੀ ਕਰ ਲਓ। ਸੁੱਖ ਦੀ ਪ੍ਰਾਪਤੀ ਕਰ, ਕਿਉਂ? ਜੇ ਪ੍ਰੈਕਟੀਕਲ ਕਰਾਂਗੇ ਤਾਂ ਹੀ ਗੱਲ ਬਣੇਗੀ। ਇਸ ਲਈ 1398 'ਚ ਕਬੀਰ ਸਾਹਿਬ ਪੈਦਾ ਹੋਏ। ਉਹਨਾਂ ਨੇ ਪਰ ਜਵਾਨੀ 'ਚ ਹੀ ਕਹਿਤਾ ਕਿ ਸੁੱਖ ਤਾਂ ਮਿਲੇਗਾ ਜੇ ਤੁਸੀਂ ਗਿਆਨ ਜਿਹੜਾ ਤੁਸੀਂ ਪ੍ਰਾਪਤ ਕੀਤਾ ਨਾ,
ਉਸ ਦਾ ਪ੍ਰੈਕਟੀਕਲ ਕਰੋਗੇ, ਉਸ 'ਤੇ ਅਮਲ ਕਰੋਗੇ ਤਾਂ। ਆਪ ਜੀ ਗੰਗਾ ਇਸ਼ਨਾਨ ਕਰਨ ਜਾਇਆ ਕਰਦਾ। ਪੁਰਾਣੇ ਜ਼ਮਾਨੇ ਘਰਾਂ 'ਚ ਨਲਕੇ ਤਾਂ ਹੁੰਦੇ ਨਹੀਂ ਸਨ, ਪਿੰਡਾਂ ਜਾਂ ਨੇੜੇ ਗੁਆਂਢ ਕਿਤੇ ਖੂਹ ਹੁੰਦੇ ਸਨ, ਖੂਹਾਂ ਤੋਂ ਪਾਣੀ ਲੋਕ ਲਿਆ ਕਰਦੇ ਸਨ। ਸਾਨੂੰ ਜਦੋਂ ਪਾਕਿਸਤਾਨ ਤੋਂ ਆ ਕੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਜ਼ਮੀਨ ਮਿਲੀ, ਉਸੇ ਰੇਤਲਾ ਇਲਾਕਾ, ਪਾਣੀ ਉੱਥੇ ਡੂੰਘਾ ਸੀ, ਪਿੰਡ ਬਹੁਤ ਵੱਡਾ ਸੀ, ਪਰ ਕਿਸੇ ਦੇ ਘਰ ਵੀ ਨਲਕਾ ਨਹੀਂ ਸੀ ਲੱਗਾ। ਪਿਤਾ ਜੀ ਨੇ ਨਲਕਾ ਲਵਾ ਲਿਆ। ਪਿੰਡ 'ਚ ਚਰਚਾ ਹੋ ਗਈ, ਫਰੂਜੀਆਂ ਨੇ ਕਦੇ ਇੱਕ ਮਸ਼ੀਨ ਲਵਾਈ ਹੈ, ਉਹ ਗੇੜੋ ਨਾ ਪਾਣੀ ਬਹੁਤ ਨਿਕਲਦਾ ਉਹਦੇ 'ਚੋਂ। ਲੋਕ ਘੜੇ ਲੈ ਲੈ ਸਾਰਾ ਦਿਨ ਸਾਡੇ ਨਲਕੇ ਤੋਂ ਭਰਦੇ ਰਹਿੰਦੇ ਸਨ। ਅਤੇ ਕਬੀਰ ਸਾਹਿਬ ਵੇਲੇ ਕਿੱਥੇ। ਇਸ ਲਈ ਜਿਹੜਾ ਸ਼ਹਿਰਾਂ ਪਿੰਡਾਂ ਨੂੰ ਕੋਈ ਨਹਿਰ ਜਾਂ ਦਰਿਆ ਲੱਗਦਾ ਹੁੰਦਾ ਸੀ, ਲੋਕ ਉੱਥੇ ਹੀ ਜਾ ਕੇ ਨਹਾਇਆ ਕਰਦੇ ਸਨ। ਸੋ ਕਬੀਰ ਸਾਹਿਬ ਵੀ ਗੰਗਾ ਇਸ਼ਨਾਨ ਕਰਨ ਜਾਇਆ ਕਰਦੇ ਸਨ। ਉਹਨਾਂ ਦਾ ਹੀ ਇਲਾਕੇ ਦੇ ਇੱਕ ਮੁਕੰਦਾ ਪੰਡਤ, ਉਹ ਵੀ ਇਸ਼ਨਾਨ ਕਰਨ ਜਾਂਦਾ ਸੀ। ਇੱਕ ਵਾਰੀ ਉਹ ਇਸ਼ਨਾਨ ਕਰਕੇ ਬਾਹਰ ਨਿਕਲ ਰਿਹਾ ਅਤੇ ਕਬੀਰ ਸਾਹਿਬ ਜਾ ਰਹੇ ਨੇ, ਅਤੇ ਉਹ ਕਬੀਰ ਸਾਹਿਬ ਦੇ ਮੱਥੇ ਲੱਗ ਗਏ। ਉਹ ਤਾਂ ਗਾਲਾਂ ਕੱਢਣ ਲੱਗ ਗਏ, ਕਹਿੰਦਾ ਕਿੱਥੇ ਨੀਚ ਮੇਰੇ ਮੱਥੇ ਲੱਗ ਗਿਆ ਹੈ, ਮੇਰਾ ਇਸ਼ਨਾਨ ਵਿਅਰਥ ਚਲਿਆ ਗਿਆ। ਉਹ ਫਿਰ ਨਹਾਉਣ ਚਲਿਆ ਗਿਆ। ਜਦੋਂ ਬਾਹਰ ਨਿਕਲਿਆ ਕਬੀਰ ਸਾਹਿਬ ਫਿਰ ਟੱਕਰ ਗਏ, ਫਿਰ ਗਾਲਾਂ ਕੱਢਦਾ, ਫਿਰ ਨਹਾਉਣ ਚਲਿਆ ਗਿਆ। ਜਦੋਂ ਨਹਾ ਰਿਹਾ ਕੀ ਦੇਖਦਾ, ਕਬੀਰ ਸਾਹਿਬ ਮੇਰੇ ਨਾਲ ਹੀ ਨਹਾ ਰਹੇ ਨੇ। ਗਾਲਾਂ ਕੱਢਦਾ ਕੱਢਦਾ ਘਰ ਚਲਿਆ ਗਿਆ। ਘਰ ਵਾਲੀ ਪੁੱਛਦੀ ਵੀ ਅੱਜ ਕੀ ਗੱਲ ਹੈ, ਕਿਹਨੂੰ ਗਾਲਾਂ ਕੱਢ ਰਹੇ ਹੋ? ਕਹਿੰਦਾ ਨੀਚ ਕਬੀਰ, ਮੈਂ ਜਦੋਂ ਨਹਾ ਕੇ ਹਟਿਆ ਮੇਰੇ ਮੱਥੇ ਲੱਗ ਗਿਆ, ਮੇਰਾ ਇਸ਼ਨਾਨ ਵਿਅਰਥ ਚਲਿਆ ਗਿਆ। ਕਹਿੰਦਾ ਫਿਰ ਮੈਂ ਨਹਾ ਕੇ ਨਿਕਲਿਆ ਜਵਾਬ, ਫਿਰ ਮੇਰੇ ਮੱਥੇ ਲੱਗ ਗਿਆ, ਫਿਰ ਮੈਂ ਨਹਾਉਣ ਲੱਗ ਗਿਆ। ਕਹਿੰਦਾ ਫਿਰ ਮੇਰੇ ਨਾਲ ਹੀ ਨਹਾਉਣ ਲੱਗ ਪਿਆ। ਘਰ ਵਾਲੀ ਕਹਿੰਦੀ ਤੁਸੀਂ ਤਾਂ ਪਾਗਲ ਹੋ ਗਏ ਹੋ, ਉਹ ਭਗਤ ਹੈ, ਉਹ ਭਗਤ ਹੈ, ਉਹਦੇ ਨਾਲ ਨਾਰਾਜ਼ ਨਾ ਹੋ। ਜਦੋਂ ਲੱਗਾ ਰੋਟੀ ਖਾਣ, ਦੇਖਦਾ ਕਬੀਰ ਸਾਹਿਬ ਮੇਰੇ ਨਾਲ ਬੈਠੇ ਰੋਟੀ ਖਾਣ, ਉਹ ਤਾਂ ਉੱਥੇ ਗਾਲਾਂ ਕੱਢਣ ਲੱਗ ਗਿਆ। ਘਰ ਵਾਲੀ ਕਹਿੰਦੀ ਤੁਸੀਂ ਪਾਗਲ ਹੋ ਗਏ ਹੋ, ਇੱਥੇ ਕਬੀਰ ਹੈ ਹੀ ਨਹੀਂ। ਕਬੀਰ ਸਾਹਿਬ ਨੇ ਸਾਡੇ ਘਰ ਆ ਕੇ ਕੀ ਕਰਨਾ ਹੈ, ਉਹ ਇੱਥੇ ਕੋਈ ਨਹੀਂ ਹੈਗੇ। ਤੈਨੂੰ ਐਵੇਂ ਭੁਲੇਖਾ ਪੈਂਦਾ, ਤੂੰ ਇਸ ਤਰ੍ਹਾਂ ਨਾ ਕਰ। ਚਲੋ ਜੀ ਔਖੇ ਰੋਟੀ ਰਾਟੀ ਖਾਧੀ, ਇੱਟ ਚੱਕੀ ਆ ਗਿਆ। ਕਹਿੰਦਾ ਮੈਂ ਅੱਜ ਛੱਡਣਾ ਨਹੀਂ ਕਬੀਰ ਨੂੰ। ਅੱਗੋਂ ਕਬੀਰ ਸਾਹਿਬ ਟੱਕਰ ਗਏ। ਕਬੀਰ ਸਾਹਿਬ ਦੇ ਮੱਥੇ 'ਚ ਇੱਟ ਮਾਰੀ ਹੈ, ਇੱਟ ਵੱਜੀ ਨਹੀਂ, ਡਿੱਗ ਪਈ ਹੇਠਾਂ। ਘਬਰਾ ਗਿਆ, ਆ ਕੇ ਚਰਨ ਫੜ ਲਓ, ਕਿਹਾ ਜੀ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਮਾਫ਼ ਕਰ ਦਿਓ। ਕਬੀਰ ਸਾਹਿਬ ਕਹਿੰਦੇ ਤੁਸੀਂ ਕਿਹੜੀਆਂ ਗੱਲਾਂ 'ਚ ਪਏ ਹੋਏ ਹੋ? ਅਵਲ ਅੱਲ੍ਹਾ ਨੂਰ ਅਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਮਝਾਇਆ ਇਹਨਾਂ ਗੱਲਾਂ ਨੂੰ ਤੁਸੀਂ ਛੱਡੋ, ਪਰਮਾਤਮਾ ਦੀ ਭਜਨ ਬੰਦਗੀ ਕਰੋ। ਲੋ ਜਿਹੜੇ ਪੰਡਤ ਸਨ ਅਤੇ ਮੁਲਾਣੇ ਸਨ, ਉਹ ਵੀ ਕਬੀਰ ਸਾਹਿਬ ਦੇ ਵਿਰੁੱਧ ਸਨ। ਉਹਨਾਂ ਉਸ ਵੇਲੇ ਸਿਕੰਦਰ ਲੋਧੀ ਹਿੰਦੁਸਤਾਨ ਦਾ ਰਾਜਾ ਹੁੰਦਾ ਸੀ, ਉਹ ਕੁਦਰਤੀ ਬਨਾਰਸ ਆਇਆ ਹੋਇਆ ਸੀ। ਇਹਨਾਂ ਪੰਡਤਾਂ ਨੇ ਮੁਲਾਣੇ ਨੇ ਜਾ ਕੇ ਉਹਦੇ ਅੱਗੇ ਸ਼ਿਕਾਇਤ ਕਰਤੀ ਬਈ ਜਿਹੜਾ ਕਬੀਰ ਹੈ ਉਹ ਨਾ ਮੁਸਲਮਾਨ ਧਰਮ ਦੇ ਅਤੇ ਹਿੰਦੂ ਧਰਮ ਦੇ ਵਿਰੁੱਧ ਬੋਲਦਾ ਹੈ। ਰਾਜੇ ਨੇ ਕਬੀਰ ਸਾਹਿਬ ਨੂੰ ਸੱਦ ਕੇ ਪੁੱਛਿਆ ਹੀ ਨਹੀਂ ਵੀ ਕੀ ਤੂੰ ਕੀ ਕਹਿਣਾ ਹੈ। ਕਈ ਵਾਰੀ ਅਸੀਂ ਕੱਟੜ ਹੁੰਦੇ ਹਾਂ, ਕੋਈ ਸ਼ਿਕਾਇਤ ਕਰਦਾ ਹੈ ਉਹਨੂੰ ਸੱਦਣਾ ਚਾਹੀਦਾ, ਸੱਦ ਕੇ ਉਸ ਨੂੰ ਪੁੱਛਣਾ ਚਾਹੀਦਾ ਹੈ। ਪਰ ਆਪਣਾ ਰਾਜ ਹੋਣ ਕਰਕੇ ਅਤੇ ਸੁਭਾਅ ਦੇ ਕੱਟੜ ਹੋਣ ਕਰਕੇ ਉਹਨੇ ਆ ਨਹੀਂ ਦੇਖਿਆ, ਤਾਂ ਨਹੀਂ ਦੇਖਿਆ, ਉਹਨਾਂ ਦੀ ਗੱਲ ਸੁਣੀ ਅਤੇ ਹੁਕਮ ਕਰਤਾ ਹੈ ਕਿ ਕਬੀਰ ਨੂੰ
ਜਿਹੜਾ ਹੈ ਪਾਣੀ 'ਚ ਡੋਬ ਕੇ ਮਾਰ ਦਿਓ, ਆਰਡਰ ਕਰ ਦਿਓ। ਲਓ ਜੀ, ਕਬੀਰ ਸਾਹਿਬ ਦੇ ਹੱਥ ਬੰਨ੍ਹ ਲਏ, ਪੈਰ ਬੰਨ੍ਹ ਲਏ, ਬੇੜੀ 'ਚ ਬਿਠਾ ਕੇ, ਕਿਸ਼ਤੀ ਜਿਹਨੂੰ ਕਹਿੰਦੇ, ਬਿਠਾ ਕੇ ਡੂੰਘੇ ਪਾਣੀ 'ਚ ਗੰਗਾ ਦੇ ਲੈ ਗਏ। ਉੱਥੇ ਜਾ ਕੇ ਬੇੜੀ ਉਲਟਾਤੀ ਵੀ ਆਪੇ ਡੁੱਬ ਕੇ ਮਰ ਜਾਏਗਾ, ਤਰ ਤੇ ਸਕਦਾ ਨਹੀਂ ਕਿਉਂਕਿ ਇਹਦੇ ਪੈਰ ਵੀ ਵੱਜੇ ਨੇ, ਹੱਥ ਵੀ ਵੱਜੇ ਨੇ। ਉਹ ਕਿਸ਼ਤੀ ਲੈ ਕੇ ਜੇ ਕੰਢੇ 'ਤੇ ਆਈ ਨੇ ਤੇ ਕੀ ਵੇਖਦੇ ਨੇ, ਕਬੀਰ ਸਾਹਿਬ ਦਾ ਮ੍ਰਿਗਸ਼ਾਲਾ 'ਤੇ ਬੈਠੇ ਪਾਣੀ ਦੇ ਉੱਤੇ ਆ ਰਹੇ ਨੇ। ਮ੍ਰਿਗਸ਼ਾਲਾ 'ਤੇ ਬੈਠੇ, ਚੌਕੜੀ ਮਾਰ ਕੇ ਮ੍ਰਿਗਸ਼ਾਲਾ ਬਾਹਰ ਨੂੰ ਆ ਰਹੀ ਪਾਣੀ ਦੇ ਉੱਤੇ। ਉਹਨਾਂ ਰਾਜੇ ਨੂੰ ਕਿਹਾ ਜੀ ਉਹ ਨਹੀਂ ਪਾਣੀ ਡੁੱਬ ਕੇ ਮਰਿਆ। ਜੇ ਰਾਜੇ ਥੋੜ੍ਹੀ ਜਿਹੀ ਅਕਲ ਹੁੰਦੀ ਤਾਂ ਉਹ ਕਹਿੰਦਾ ਵੀ ਇਹਦਾ ਮਤਲਬ ਇਹ ਤਾਂ ਸ਼ਕਤੀਆਂ ਦਾ ਮਾਲਕ ਹੈ, ਪਰ ਨਹੀਂ। ਅੱਛਾ, ਜੇ ਡੁੱਬ ਕੇ ਨਹੀਂ ਨਾ ਮਰਿਆ, ਇਹਨੂੰ ਅੱਗ ਸਾੜ ਦਿਓ। ਲਓ ਜੀ, ਬਾਹਰ ਲੈ ਕੇ ਖੁੱਲ੍ਹੇ ਥਾਂ 'ਤੇ ਬੜਾ ਲੱਕੜਾਂ ਵਿਰੋਧੀਆਂ ਨੇ ਇਕੱਠੀਆਂ ਕਰ ਲਈਆਂ। ਲੱਕੜ ਦਾ ਢੇਰ ਦੇ ਠ ਕਬੀਰ ਸਾਹਿਬ ਨੂੰ ਦਬਤਾ, ਅੱਗ ਲਾਤੀ ਹੈ। 2-3 ਦਿਨਾਂ 'ਚ ਉਹ ਸੜ ਗਈ। ਸੋਚਦੇ ਨੇ ਵੀ ਮਰ ਮੁਰ ਗਿਆ, ਸੜ ਗਿਆ ਹੋਣਾ, ਜਾ ਕੇ ਦੇਖੀ ਤਾਂ ਸਹੀ। ਜਦੋਂ ਅੱਗ ਫਰੋਲੀ, ਕਬੀਰ ਸਾਹਿਬ ਰਾਮ ਕਰਦੇ ਉੱਠ ਖੜੇ। ਕਹਿੰਦੇ ਜੀ ਉਹ ਨਹੀਂ ਮਰਿਆ, ਉਹ ਸੜਿਆ ਹੀ ਨਹੀਂ ਹੈ। ਕਹਿੰਦਾ ਅੱਛਾ, ਇਹਨੂੰ ਹਾਥੀ ਅੱਗੇ ਸੁੱਟ ਦਿਓ। ਚਲੋ ਜੀ, ਹੱਥ ਪੈਰ ਬੰਨ੍ਹ ਕੇ ਹਾਥੀ ਅੱਗੇ ਕਬੀਰ ਸਾਹਿਬ ਨੂੰ ਸੁੱਟਦਾ। ਹਾਥੀ ਨੂੰ ਸੋਝੀ ਸੀ। ਕਈ ਵਾਰੀ ਪਰਮਾਤਮਾ ਕਿਸੇ ਨੂੰ ਸੋਝੀ ਦੇ ਦਿੰਦਾ। ਹਾਥੀ ਨੂੰ ਸੋਝੀ ਸੀ ਵੀ ਇਹਦਾ ਕੋਈ ਕਸੂਰ ਨਹੀਂ ਜਿਹਨੂੰ ਮੇਰੇ ਅੱਗੇ ਸੁੱਟਿਆ, ਵੀ ਮੈਂ ਇਹਨੂੰ ਕੋਈ ਠੁੱਡਾ ਮਾਰਨਾ। ਹਾਥੀ ਤਾਂ ਸੁੰਡ ਝੁਕਾ ਕੇ ਨਮਸਕਾਰ ਕਰ ਰਿਹਾ ਕਬੀਰ ਸਾਹਿਬ। ਰਾਜਾ ਕਹਿ ਰਿਹਾ ਮਹਾਵਤ ਨੂੰ, ਤੋਰ ਹਾਥੀ ਨੂੰ, ਮਿੱਧ ਦੇ ਕਬੀਰ ਨੂੰ ਹੇਠਾਂ। ਹਾਥੀ ਤੁਰਦਾ ਨਹੀਂ ਹੈ। ਮਹਾਵਤ ਕਹਿੰਦਾ ਹੀ ਨਹੀਂ ਤੁਰਦਾ ਜੀ, ਨਹੀਂ ਤੁਰਦਾ। ਚਲੋ ਜੀ, ਐਸਾ ਭਾਣਾ ਵਰਤਿਆ ਕਿ ਰਾਜ ਦੇ ਢਿੱਡ 'ਚ ਸਖਤ ਦਰਦ ਹੋਣ ਲੱਗ ਪਈ। ਉਹ ਡਰ ਗਿਆ ਵੀ ਇਹ ਤਾਂ ਕੋਈ ਹੈਗਾ ਸ਼ਕਤੀਸ਼ਾਲੀ ਬੰਦਾ। ਪੇਟ ਦਰਦ ਹੋ ਰਹੀ ਹੈ, ਘਰ ਚਲਿਆ ਗਿਆ। ਹਟਦੀ ਹੋਈ ਨਹੀਂ ਦਰਦ ਹਟਦੀ। ਫਿਰ ਕਬੀਰ ਸਾਹਿਬ ਤੋਂ ਮਾਫੀ ਮੰਗੀ ਤਾਂ ਜਾ ਕੇ ਕਿਤੇ ਦਰਦ ਹਟੇ। ਫਿਰ ਰਾਜੇ ਨੇ ਦੇਖਿਆ ਵੀ ਇਹ ਬੰਦਾ ਜਿਹੜਾ ਹੈ ਇਹ ਤਾਂ ਕੋਈ ਔਲੀਆ ਹੈ, ਇਹ ਤਾਂ ਕੋਈ ਵਲੀ ਹੈ। ਜਿਹੜੇ ਮੁਸਲਮਾਨ ਨੇ ਇਹ ਸਿਰਫ ਉਸੇ ਤੋਂ ਹੀ ਡਰਦੇ ਨੇ ਜਿਹੜਾ ਰਿੱਧੀਆਂ ਸਿੱਧੀਆਂ ਵਿਖਾਵੇ। ਜੇ ਪੰਚਮ ਪਾਤਸ਼ਾਹ ਕੋਈ ਜਹਾਂਗੀਰ ਨੂੰ ਰਿੱਧੀ ਸਿੱਧੀ ਵਿਖਾਉਂਦੇ, ਉਸ ਦਾ ਜਹਾਂਗੀਰ ਦੀ ਤਾਕਤ ਹੀ ਨਾ ਪੈਂਦੀ ਤੱਤ 'ਤੇ ਬਿਠਾਉਣ ਦੀ। ਉਹਨਾਂ 9ਵੇਂ ਪਾਤਸ਼ਾਹ ਨੂੰ ਇਹੀ ਕਿਹਾ ਸੀ ਵੀ ਜੇ ਤੁਸੀਂ ਗੁਰੂ ਬਣੇ ਹੋ ਕੋਈ ਕਰਾਮਾਤ ਵਿਖਾਓ। ਉਹ ਕਹਿੰਦੇ ਅਸੀਂ ਨਹੀਂ ਕਰਾਮਾਤ ਵਿਖਾਉਣਾ। ਉਹ ਸਮਝਦੇ ਨੇ ਜਿਹਦੇ ਕੋਲ ਕੋਈ ਕਰਾਮਾਤ, ਇਹ 'ਚ ਕੋਈ ਦਮ ਨਹੀਂ ਹੈ, ਜੋ ਮਰਜ਼ੀ ਇਹਦੇ ਨਾਲ ਕਰੀ ਜਾਓ, ਇਸ ਲਈ ਹੁਕਮ ਕਰਤਾ, ਕਤਲ ਕਰਤਾ। ਜਿਹੜਾ ਕਰਾਮਾਤ ਵਿਖਾਵੇ ਉਸ ਤੋਂ ਡਰਦੇ ਨੇ, ਖੈਰ ਰਾਜੇ ਨੇ ਸੋਚਿਆ ਵੀ ਇਹ ਤਾਂ ਵਾਕਈ ਵੱਡਾ ਭਗਤ ਹੈ। ਉਹਨੇ ਕੀ ਕੀਤਾ, ਇੱਕ ਪਲੰਗ ਤਿਆਰ ਕਰਵਾਇਆ ਜਿਹਦੇ ਸੋਨੇ ਦੇ ਪਾਵੇ ਸਨ। ਕਬੀਰ ਸਾਹਿਬ ਕੁਦਰਤੀ ਗੰਗਾ ਨਦੀ ਦੇ ਕੰਢੇ 'ਤੇ ਬੈਠੇ, ਸ਼ਾਮ ਨੂੰ ਅੱਗੇ ਸੰਗਤ ਵੀ ਬੈਠੀ ਹੈ। ਰਾਜਾ ਨੌਕਰਾਂ ਤੋਂ ਪਲੰਗ ਚੁਕਵਾ ਕੇ ਸੋਨੇ ਦੇ ਪਾਵਿਆਂ ਵਾਲਾ ਕਬੀਰ ਸਾਹਿਬ ਕੋਲੇ ਆ ਗਿਆ। ਕਹਿੰਦੇ ਕਬੀਰ ਸਾਹਿਬ ਆ ਮੈਂ ਤੈਨੂੰ ਪਲੰਗ ਭੇਟ ਕਰਨਾ। ਧਰਤਾ ਕਬੀਰ ਸਾਹਿਬ ਕੋਲੇ। ਕਬੀਰ ਸਾਹਿਬ ਨੇ ਆਪਣੇ ਸਾਸੰਗੀ ਨੂੰ ਕਿਹਾ ਇਹਨੂੰ ਚੱਕ ਕੇ ਨਾ ਗੰਗਾ ਦੇ ਰਾਹ ਸੁੱਟ ਦਿਓ। ਉਹਨਾਂ ਨੇ ਚੱਕ ਕੇ ਗੰਗਾ ਦੇ ਰਾਹ ਸੁੱਟਤਾ। ਰਾਜਾ ਚੱਕ ਕੇ ਕਹਿੰਦੇ ਕਬੀਰ ਸਾਹਿਬ ਜੇ ਤੁਹਾਨੂੰ ਪਲੰਗ ਪਸੰਦ ਨਹੀਂ ਸੀ ਤਾਂ ਤੁਸੀਂ ਮੈਨੂੰ ਵਾਪਸ ਕਰ ਦੇਣਾ ਸੀ। ਕਹਿੰਦੇ ਕੋਈ ਗੱਲ ਨਹੀਂ ਜੀ, ਤੁਸੀਂ ਪਹਾੜੀ 'ਚ ਵੜੋ, ਆਪਣਾ ਪਲੰਗ ਬਾਹਰ ਕਢਵਾ ਲਓ।
ਜਦੋਂ ਪਾਣੀ 'ਚ ਵੜਿਆ ਕੀ ਦੇਖਦਾ, ਉੱਥੇ ਪਤਾ ਹੀ ਨਹੀਂ ਸੋਨਿਆਂ ਦੇ ਪਾਵਿਆਂ ਵਾਲੇ ਕਿੰਨੇ ਪਲੰਗ ਪਏ ਨੇ, ਕਿੰਨੇ ਪਲੰਗ ਪਏ ਨੇ। ਰਾਜਾ ਵਾਪਸ ਆ ਗਿਆ, ਕਹਿੰਦਾ ਧੰਨ ਧੰਨ ਤੁਸੀਂ। ਕਹਿੰਦਾ ਨਹੀਂ ਲੈ ਜਾਓ ਆਪਣਾ ਪਲੰਗ, ਨਹੀਂ ਲੈ ਗਿਆ। ਵੀ ਇਹ ਤਾਂ ਬਹੁਤ ਕਰਾਮਾਤੀ ਬੰਦਾ ਹੈ, ਸ਼ਕਤੀਆਂ ਵਾਲਾ ਬੰਦਾ ਹੈ। ਉਸ ਜ਼ਮਾਨੇ ਦੇ ਵਿੱਚ ਅਤੇ ਸ਼ਾਇਦ ਅੱਜ ਵੀ ਹਿੰਦੂਆਂ ਦੇ ਵਿੱਚ ਸੀ ਕਿ ਜਿਹੜਾ ਬਨਾਰਸ ਮਰੇਗਾ ਉਹ ਸਵਰਗ ਨੂੰ ਜਾਏਗਾ। ਨਾਲ ਬਨਾਰਸ ਤੋਂ ਨਾ 70 ਮੀਲ ਤੋਂ ਤਕਰੀਬਨ 100 ਕਿਲੋਮੀਟਰ ਦੂਰ ਹੋਣਾ ਇੱਕ ਮਗਹਰ ਨਗਰ ਹੈ। ਬਈ ਜਿਹੜਾ ਮਗਹਰ ਮਰੇਗਾ ਉਹ ਖੋਤੇ ਦੀ ਜੂਨੀ ਪਵੇਗਾ। ਇਸ ਤਰ੍ਹਾਂ ਕਹਿਣ ਨਾਲ ਧਾਰਮਿਕ ਗ੍ਰੰਥਾਂ ਦੇ ਵਿੱਚ ਉਹ ਤਾਂ ਨਗਰ ਹੀ ਉਜੜ ਗਿਆ ਹੈ, ਉੱਥੇ ਕੋਈ ਵਸਰ ਹੀ ਨਹੀਂ ਚਾਹੁੰਦਾ। ਵੀ ਕੌਣ ਮਰ ਕੇ ਖੋਤੇ ਦੀ ਜੂਨੀ ਪਵੇ। ਆਹ ਜਿਹੜੇ ਸ਼ਹਿਰਾਂ 'ਚ ਭੀੜ ਭੜੱਕਾ ਉਦੋਂ ਸੀ, ਸਿਰਫ ਇਸੇ ਕਰਕੇ ਸੀ ਵੀ ਜਿਹੜਾ ਬਨਾਰਸ ਮਰੇਗਾ ਉਹ ਸਵਰਗਾਂ ਨੂੰ ਜਾਏਗਾ, ਜਿਹੜਾ ਮਗਰ 'ਚ ਮਰੇਗਾ ਉਹ ਖੋਤੇ ਦੀ ਜੂਨ ਪਏਗਾ। ਕਬੀਰ ਸਾਹਿਬ ਨੇ ਇਸ ਵਹਿਮ ਨੂੰ ਕੱਢਣ ਲਈ ਨਾ ਮਗਰ ਚਲੇ ਗਏ, ਉੱਥੇ ਜਾ ਕੇ ਰਹਿਣ ਲੱਗੇ। ਉੱਥੇ ਜਾ ਕੇ ਰਹਿਣ ਲੱਗੇ, ਹੌਲੀ ਹੌਲੀ ਉੱਥੇ ਸੰਗਤ ਹੋ ਗਈ ਹੈ, ਉੱਥੇ ਭਜਨ ਬੰਦਗੀ ਕਰਦੇ ਨੇ। ਕਹਿੰਦੇ ਮੰਨ ਲਓ ਕੋਈ ਥਾਂ ਵਧੀਆ ਨਹੀਂ ਵੀ ਹੈਗੀ, ਸਾਰੀਆਂ ਥਾਵਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਇਹ 'ਚ ਕੋਈ ਸ਼ੱਕ ਨਹੀਂ ਹੈ, ਇਹ 'ਚ ਕੋਈ ਸ਼ੱਕ ਨਹੀਂ। ਕੋਈ ਥਾਂ ਬਹੁਤ ਪਵਿੱਤਰ ਹੁੰਦੀ ਹੈ, ਕੋਈ ਥਾਂ ਪਵਿੱਤਰ ਨਹੀਂ ਹੁੰਦੀ, ਇਹ 'ਚ ਫਰਕ ਹੈ। ਜਿਵੇਂ ਸ਼ਿਵਜੀ ਪਾਰਵਤੀ ਆਕਾਸ਼ 'ਚ ਜਾ ਰਹੇ ਨੇ, ਸ਼ਿਵਜੀ ਮਹਾਰਾਜ ਨੇ ਆਪਣਾ ਉੱਡਣ ਖਟੋਲਾ ਹੇਠਾਂ ਉਤਾਰਿਆ, ਪਾਰਵਤੀ ਨੂੰ ਕਹਿੰਦੇ ਵੀ ਮੈਂ ਹੁਣੇ ਹੀ ਆਇਆ, ਤੂੰ ਬੈਠ। ਥੋੜ੍ਹੀ ਦੂਰ ਜਾ ਕੇ ਉਹਨਾਂ ਨੇ ਰੜੇ ਮੈਦਾਨ ਦੇ ਵਿੱਚ ਮੱਥਾ ਟੇਕਿਆ ਧਰਤੀ ਦੇ ਅਤੇ ਵਾਪਸ ਆ ਗਏ। ਪਾਰਵਤੀ ਪੁੱਛਦੀ ਵੀ ਸਵਾਮੀ ਜੀ ਉੱਥੇ ਕੋਈ ਸਾਧੂ ਤਾਂ ਹੈ ਨਹੀਂ ਸੀ, ਤੁਸੀਂ ਕਿਹਨੂੰ ਮੱਥਾ ਟੇਕ ਕੇ ਆਏ ਹੋ? ਕਹਿੰਦੇ ਪਾਰਵਤੀ ਅੱਜ ਤੋਂ 200 ਸਾਲ ਪਹਿਲਾਂ ਸਾਧੂਆਂ ਦੀ ਮੰਡਲੀ ਇੱਥੇ ਬੈਠੀ ਸੀ, ਉਹ ਕਈ ਦਿਨ ਇੱਥੇ ਰਹਿ ਕੇ ਭਜਨ ਬੰਦਗੀ ਕਰਦੇ ਰਹੇ। ਇਹ ਧਰਤੀ ਹੋ ਗਈ ਪਵਿੱਤਰ। ਮੈਂ ਇਸ ਲਈ ਗਿਆ ਸੀ ਧਰਤੀ ਨੂੰ ਕਹਿਣ, ਹੇ ਧਰਤੀਏ ਤੂੰ ਕਿੰਨੇ ਭਾਗਾਂ ਵਾਲੀ ਹੈ, ਅੱਜ ਤੋਂ 200 ਸਾਲ ਪਹਿਲਾਂ ਸਾਧੂ ਤੇਰੇ ਉੱਤੇ ਆ ਕੇ ਬੈਠੇ ਸਨ। ਇਸ ਲਈ ਮੰਨਿਆ ਜਾ ਸਕਦਾ ਹੈ ਕਿਉਂਕਿ ਜਿੱਥੇ ਮੈਂ ਸਰਵਿਸ ਕਰਦਾ ਸੀ, ਸਾਡੀ ਜੇ ਪ੍ਰਿੰਸੀਪਲ ਮੈਡਮ ਸੀ, ਉਹ ਮੈਨੂੰ ਕਹਿੰਦੇ ਵੀ ਮੈਨੂੰ ਨਾ ਆਪਣੇ ਬਾਬਾ ਜੀ ਸੰਤ ਸੀਤਲ ਸਿੰਘ ਜੀ ਕੋਲ ਲੈ ਕੇ ਚੱਲੋ। ਮੈਂ ਉਹਨੂੰ ਲੈ ਆਇਆ, ਮੈਨੂੰ ਕਹਿੰਦੇ ਭਿੰਡਰ ਸਾਹਿਬ ਇਹ ਕੌਣ ਨੇ? ਮੈਂ ਜੀ ਸਾਡੇ ਪ੍ਰਿੰਸੀਪਲ ਮੈਡਮ ਨੇ। ਹਾਂ ਬੀਬਾ ਕਿਵੇਂ ਆਏ ਹੋ? ਕਹਿ ਜੀ ਜਦੋਂ ਦਾ ਅਸੀਂ ਇੱਥੇ ਐਸਟੀ ਨਗਰ ਨਾ ਅਰਬਨ ਸਟੇਟ, ਜਦੋਂ ਦਾ ਅਸੀਂ ਇੱਥੇ ਘਰ ਪਾਇਆ ਹੈ, ਅਸੀਂ ਉਦੋਂ ਦੇ ਸੁਖੀ ਨਹੀਂ ਹੈਗੇ। ਮਹਾਂਪੁਰਖ ਅੱਖਾਂ ਬੰਦ ਕੀਤੀਆਂ ਅੱਧੇ ਕੁ ਮਿੰਟ ਲਈ, ਫਿਰ ਖੋਲ੍ਹੀਆਂ। ਕਹਿੰਦੇ ਬੀਬਾ ਜਿੱਥੇ ਤੁਹਾਡਾ ਘਰ ਦਿਸ ਰਿਹਾ ਨਾ, 1947 ਦੇ ਵਿੱਚ ਇਸ ਇਲਾਕੇ 'ਚ ਬਹੁਤ ਸਾਧੂ ਰਹਿੰਦੇ ਸੀ, ਹੁਣ ਵੀ ਸਾਧੂ ਬੇਲਾ ਹੈਗਾ। 1947 'ਚ ਜਿਹੜੇ ਕੱਟੜ ਲੋਕ ਸਨ, ਉਹਨਾਂ ਨੇ ਕੋਈ ਸਾਧੂ ਨਹੀਂ ਵੇਖਿਆ, ਕੁਛ ਨਹੀਂ ਵੇਖਿਆ, ਕਤਲੇਆਮ ਸ਼ੁਰੂ ਕਰਤੇ। ਬਹੁਤ ਸਾਰੇ ਸਾਧੂ ਕਤਲ ਕਰਤੇ। ਵੀ ਬਹੁਤਾ ਰੌਲਾ ਨਾ ਪਵੇ, ਉਹਨਾਂ ਨੇ ਲੋਥਾਂ ਚੱਕ ਚੱਕ ਕੇ, ਜਿੱਥੇ ਤੁਹਾਡਾ ਕੋਠੀ ਬਣੀ ਹੈ ਇੱਥੇ ਨੀਵਾਂ ਥਾਂ ਸੀ, ਉੱਥੇ ਸਾਰੀਆਂ ਸੁੱਟਤੀਆਂ, ਕਿਉਂਕਿ ਉੱਥੇ ਸਾਧੂਆਂ ਨੂੰ ਕਤਲ ਕਰਕੇ ਸੁੱਟਿਆ ਗਿਆ। ਇਸ ਲਈ ਉਹ ਧਰਤੀ ਜਿਹੜੀ ਹੈ ਪਵਿੱਤਰ ਨਹੀਂ ਰਹੀ। ਮੈਡਮ ਸਾਡੇ ਕਹਿੰਦੇ ਵੀ ਬਾਬਾ ਜੀ ਫਿਰ ਅਸੀਂ ਕੋਠੀ ਵੇਚ ਦਈਏ। ਉਹ ਕਹਿੰਦੇ ਵੀ ਜੇ ਤੁਸੀਂ ਕੋਠੀ ਵੇਚਦੀ, ਜਿਹੜਾ ਖਰੀਦੂਗਾ ਉਹਨੂੰ ਇਹੀ ਵਕਤ ਹੋਏਗਾ, ਆਪਾਂ ਥਾਂ ਹੀ ਪਵਿੱਤਰ ਕਰ ਦਿੰਦੇ ਹਾਂ। ਚਲੋ ਸਾਹ 'ਚ ਸਾਹ ਆ ਗਿਆ। ਕਿ ਤੁਸੀਂ ਲੋਨ ਵੀ ਲਿਆ ਹੋਏਗਾ, ਇਕੱਠਾ ਕਿੱਥੋਂ ਉਤਾਰੋਗੇ? ਉਹਨਾਂ ਕਿਹਾ ਵੀ 11 ਸੁਖਮਨੀ ਸਾਹਿਬ ਦੇ ਪਾਠ ਰੋਜ਼ ਕਰਨੇ, ਬਾਟੀ 'ਚ ਪਾਣੀ ਲੈ ਲੈਣਾ, 11 ਸੁਖਮਨੀ ਸਾਹਿਬ ਦੇ ਰੋਜ਼ ਪਾਠ ਕਰਕੇ ਨਾ ਪੰਚਮ ਪਾਤਸ਼ਾਹ ਨੂੰ ਬੇਨਤੀ ਕਰਨੀ ਵੀ ਸਾਡਾ ਘਰ ਪਵਿੱਤਰ ਕਰੋ ਜੀ। ਫਿਰ ਸਾਰੇ ਘਰ 'ਚ ਵਿਹੜੇ 'ਚ ਵੀ ਉਹ ਜਲ ਛਿੜਕਣਾ, 21 ਦਿਨ ਕਰਨਾ, ਰੋਜ਼ 11 ਸੁਖਮਨੀ ਸਾਹਿਬ ਦੇ ਪਾਠ।
22ਵੇਂ ਦਿਨ ਮੈਂ ਉਹਨੂੰ ਫਿਰ ਲਾਇਆ। ਹਾਂ, ਕਹਿੰਦੇ ਬੀਬਾ ਹੁਣ ਤੁਹਾਡਾ ਘਰ ਪਵਿੱਤਰ ਹੋ ਗਿਆ, ਹੁਣ ਮੌਜ ਕਰੋ। ਕੀ ਹੋਇਆ, ਸਾਲ ਦੇ ਵਿੱਚ ਹੀ ਉਹਨਾਂ ਦਾ ਲੜਕਾ ਜਿਹੜਾ ਐਕਸਾਈਜ਼ ਇੰਸਪੈਕਟਰ ਲੱਗ ਗਿਆ, ਆਪ ਪ੍ਰਿੰਸੀਪਲ ਲੱਗੇ ਸਨ, ਹਸਬੈਂਡ ਉਹਨਾਂ ਦੇ ਪ੍ਰੋਫੈਸਰ ਲੱਗੇ ਹੋਏ ਸਨ। ਫਿਰ ਦੋਨੋਂ ਜਿਹੜੀਆਂ ਲੜਕੀਆਂ ਸਨ ਉਹ MBBS ਸਿਲੈਕਟ ਹੋ ਗਈਆਂ, ਭਾਗ ਲੱਗ। ਇਹ 'ਚ ਕੋਈ ਸ਼ੱਕ ਨਹੀਂ ਕਿ ਕੁਝ ਧਰਤੀਆਂ ਪਵਿੱਤਰ ਹੁੰਦੀਆਂ, ਕੁਝ ਧਰਤੀਆਂ ਨਹੀਂ ਵੀ ਹੁੰਦੀਆਂ। ਤਾਂ ਕਬੀਰ ਸਾਹਿਬ ਨੇ ਕਿਹਾ ਵੀ ਜਿੱਥੇ ਭਜਨ ਬੰਦਗੀ ਵਾਲੇ ਲੋਕ ਬੈਠਣਗੇ ਉੱਥੇ ਧਰਤੀ ਆਪੇ ਹੀ ਪਵਿੱਤਰ ਹੋ ਜਾਏਗੀ। ਅਸੀਂ ਕਹਿੰਦੇ ਕੋਈ ਨਹੀਂ, ਮੈਂ ਜਾਣਾ ਮਗਰ ਦੇਖਾਂਗਾ ਮੈਂ ਕਿਵੇਂ ਗਧੇ ਦੀ ਜੂਨੀ 'ਚ ਪੈਣ, ਨਾਮ ਜਪਣ ਵਾਲਾ ਕਿਵੇਂ ਗਧੇ ਦੀ ਜੂਨੀ 'ਚ ਪੈ ਜਾਏਗਾ ਜੀ। ਉਹ ਤਾਂ ਜਿਉਂਦੇ ਹੀ ਮੁਕਤ ਹੋ ਜਾਏਗਾ। ਉੱਥੇ ਰਹਿਣ ਲੱਗੇ, ਹੌਲੀ ਹੌਲੀ ਜਿਹੜੀ ਸੰਗਤ ਸੀ ਉਹ ਜੁੜਨੀ ਸ਼ੁਰੂ ਹੋ ਗਈ। ਕਬੀਰ ਸਾਹਿਬ ਨੇ ਉੱਥੇ ਮਗਰਹਰ ਦੇ ਵਿੱਚ ਹੀ ਜਿਹੜਾ ਹੈ 120 ਸਾਲ ਉਮਰ ਭੋਗ ਕੇ ਉੱਥੇ ਜਿਹੜਾ ਫਿਰ ਆਪਣਾ ਸਰੀਰ ਤਿਆਗਿਆ ਮਗਰ। ਫਿਰ ਉਹਨਾਂ ਦੇ ਜਿਹੜੇ ਸ਼ਰਧਾਲੂ ਸਨ ਬਨਾਰਸ 'ਚ ਰਹਿੰਦੇ, ਉਹਨਾਂ ਦੀ ਉੱਥੇ ਡੈੱਡ ਬੋਡੀ ਲਿਆ ਕੇ ਉਹਨਾਂ ਨੇ ਬਨਾਰਸ ਦੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਅਤੇ ਥਾਂ ਬਣਾਈ। ਮਗਰ ਦੇ ਵਿੱਚ ਵੀ ਉਹਨਾਂ ਦੀ ਥਾਂ ਬਣੀ ਹੋਈ ਹੈ ਅਤੇ ਬਨਾਰਸ ਦੇ ਵਿੱਚ ਵੀ ਉਹਨਾਂ ਦੀ ਥਾਂ ਬਣੀ ਹੋਈ ਹੈ। ਸੋ ਕਈ ਵਾਰੀ ਆਪਣੇ ਮਨ 'ਚ ਇਹ ਵਹਿਮ ਭਰਮ ਹੋ ਜਾਂਦੇ ਨੇ। ਨਾਮ ਜਪਣ ਵਾਲੇ ਨੂੰ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ, ਕਿਸੇ ਗ੍ਰਹਿ ਤੋਂ ਨਹੀਂ ਡਰਨਾ ਚਾਹੀਦਾ। ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ। ਮੰਨ ਲਓ ਕਿਸੇ ਗ੍ਰਹਿ ਹੈ ਵੀ, ਬਾਣੀ ਪੜ੍ਹੀ ਜੋ ਨਾਮ ਜਪੇ, ਸਭ ਗ੍ਰਹਿ ਗੁਰੂ ਖਤਮ ਹੋ ਜਾਣਗੇ, ਸਭ ਖਤਮ ਹੋ ਜਾਣਗੇ। ਬਾਈ ਚਾਂਸ ਜਿੱਥੇ ਤੁਸੀਂ ਕੋਠੀ ਪਾ ਲਈ ਹੈ ਉਹ ਥਾਂ ਠੀਕ ਨਹੀਂ, ਪਾਠ ਕਰ ਕਰਕੇ ਉਹਨੂੰ ਪਵਿੱਤਰ ਕਰ ਲਓ। ਇਹ ਕਿਹੜੀ ਗੱਲ ਹੈ? ਤੁਸੀਂ ਤਾਂ ਰੋਜ਼ ਹੀ ਪਾਠ ਕਰਦੇ ਹੋ, ਤੁਹਾਡੇ ਤਾਂ ਘਰ ਵੈਸੇ ਹੀ ਪਵਿੱਤਰ ਹੋ ਗਏ ਨੇ। ਔਰ ਜਿੰਨੀ ਸੰਗਤ ਬੈਠੀ ਹੈ ਸਾਰੇ ਹੀ ਪਾਠ ਕਰਨ ਵਾਲੇ ਨੇ, ਸਭ ਦੇ ਘਰ ਪਵਿੱਤਰ ਨੇ, ਮੌਜਾਂ ਕਰੋ। ਕਿਸੇ ਦੇ ਕੋਈ ਗ੍ਰਹਿ ਨਹੀਂ ਹੈ, ਜੇ ਕੋਈ ਹੈ ਆਪੇ ਭੱਜ ਪੁੱਜੇਗਾ, ਪਾਠ ਕਰੋਗੇ ਤੁਸੀਂ। ਸੋ ਸਿੱਖ ਨੂੰ ਇਹਨਾਂ ਵਹਿਮਾਂ ਭਰਮਾਂ 'ਚ ਪੈਣ ਦੀ ਲੋੜ ਨਹੀਂ। ਪੁਰਾਤਨ ਸਿੱਖ ਕਿਸੇ ਗ੍ਰਹਿ ਗੁਰੂ ਇਹਨਾਂ ਚੀਜ਼ਾਂ ਨਹੀਂ ਸੀ ਮੰਨਦੇ। ਕਿਉਂ? ਉਹ ਭਜਨ ਬੰਦਗੀ ਕਰਦੇ ਸਨ, ਉਹਨਾਂ 'ਤੇ ਹੁੰਦਾ ਹੀ ਨਹੀਂ ਸੀ। ਉਹਨਾਂ ਦੇ ਗ੍ਰਹਿਆਂ ਗੁਰੂਆਂ ਦਾ ਅਸਰ ਹੀ ਨਹੀਂ ਸੀ ਹੁੰਦਾ, ਉਹਨਾਂ ਦੇ ਟੂਣਿਆਂ ਦਾ ਅਸਰ ਹੀ ਨਹੀਂ ਸੀ ਹੁੰਦਾ। ਅੱਜ ਦਾ ਸਿੱਖ ਤਾਂ ਭਜਨ ਬੰਦਗੀ ਕਰਦਾ, ਵਕਤ ਨੂੰ ਫੜਿਆ ਹੋਇਆ, ਉਹ ਸਾਡੇ ਕਿਸੇ ਟੂਣਾ ਕਰਤਾ ਜੀ, ਉਹ ਸਾਡਾ ਜਿਹੜਾ ਮੁੰਡਾ ਜੀ ਮੰਗਲੀਕ ਹੈ ਜੀ, ਉਹ ਸਾਡੀ ਕੁੜੀ ਫਲਾਣਾ ਜੀ। ਮੈਂ ਇਸੇ ਕੰਮ 'ਚ ਹੀ ਤੁਸੀਂ ਲੱਗੇ ਰਹੋ, ਵਕਤ ਨੂੰ ਫੜੇ ਰਹੋ। ਤੁਸੀਂ ਬਾਣੀ ਪੜ੍ਹੋ, ਨਾਮ ਜਪੋ, ਸਭ ਕੁਝ ਠੀਕ ਹੋ ਜਾਏਗਾ। ਇਸ ਲਈ ਕਬੀਰ ਸਾਹਿਬ ਨੇ ਹਰ ਪ੍ਰਕਾਰ ਦੇ ਜਿਹੜੇ ਨੇ ਵਹਿਮ ਉਹ ਕੱਢੇ ਅਤੇ 1518 ਈਸਵੀ 120 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਸਰੀਰ ਤਿਆਗੇ। ਇਹ ਤਾਂ ਸੀ ਉਹਨਾਂ ਦਾ ਸੰਖੇਪ ਜੀਵਨ। ਆਪਣੇ ਕੋਲ 15 ਮਿੰਟ ਨੇ, ਹੁਣ ਉਹਨਾਂ ਦੇ ਆਪਣਾ ਬਾਣੀ 'ਤੇ ਥੋੜ੍ਹੇ ਵਿਚਾਰ ਕਰਨੀ, ਕਿ ਬਾਣੀ ਤੋਂ ਫਿਰ ਪਤਾ ਲੱਗੇਗਾ ਨੇ ਉਹਨਾਂ ਸਾਨੂੰ ਸਿੱਖਿਆ ਕੀ ਦਿੱਤੀ। ਵੈਸੇ ਜਿੰਨੇ ਮਹਾਨ ਵਿਅਕਤੀ ਉਹਨਾਂ ਦਾ ਜੀਵਨ ਹੀ ਸਿੱਖਿਆ ਹੁੰਦੀ ਹੈ। ਉਹਨਾਂ ਦੇ ਜੀਵਨ 'ਚ ਜਿਹੜੀਆਂ ਘਟਨਾਵਾਂ ਵਰਤਦੀਆਂ ਨੇ ਉਹੀ ਸਿੱਖਿਆ ਹੁੰਦੀ ਹੈ। ਪਰ ਫਿਰ ਵੀ ਉਹ ਬਾਣੀ ਲਿਖ ਕੇ ਨੇ ਸਾਡੇ ਲਈ ਸਿੱਖਿਆ ਦੇ ਕੇ ਸਾਨੂੰ ਕਿ ਤੁਸੀਂ ਭਾਈ ਕਿਸ ਤਰ੍ਹਾਂ ਦਾ ਜੀਵਨ ਜਿਉਣਾ ਹੈ। ਸਾਧੂਆਂ ਦਾ, ਗੁਰੂਆਂ ਦਾ, ਮਹਾਂਪੁਰਖਾਂ ਦਾ ਮਕਸਦ ਹੀ ਇਹੀ ਹੁੰਦਾ ਹੈ ਕਿ ਉਹ ਸਾਨੂੰ ਜੀਵਨ ਜਾਚ ਸਿਖਾਉਣ। ਕਿਉਂਕਿ ਜੇ ਸਾਡਾ ਜੀਵਨ ਸਹੀ ਹੋਵੇਗਾ ਤਾਂ ਹੀ ਅਸੀਂ ਸੁਖੀ ਹੋਵਾਂਗੇ। ਜੇ ਜੀਵਨ ਹੀ ਸਹੀ ਨਹੀਂ ਤਾਂ ਅਸੀਂ ਸੁਖੀ ਨਹੀਂ ਹੋ ਸਕਦੇ। ਇਸ ਲਈ ਕਬੀਰ ਸਾਹਿਬ ਨਾਮ 'ਤੇ ਬਹੁਤ ਜ਼ੋਰ ਦਿੰਦੇ। ਕਹਿੰਦੇ ਜਿਹੇ ਕੁਲ ਪੂਤ ਨ ਗਿਆਨ ਵਿਚਾਰੀ, ਵਿਧਵਾ ਕਸ ਨ ਭਈ ਮਹਤਾਰੀ, ਜਿਹ ਨਰ ਰਾਮ ਭਗਤ ਨਾ ਸਾਧੀ, ਜਨਮਤ ਕਸ ਨ ਮੂਹ ਅਪਰਾਧੀ। ਕਬੀਰ ਸਾਹਿਬ ਕਹਿੰਦੇ ਜਿਹੇ ਕੁਲ, ਜਿਸ ਖਾਨਦਾਨ ਦੇ ਵਿੱਚ ਪੂਤ ਨਾ ਗਿਆਨ ਵਿਚਾਰੀ, ਜਿਹੜੇ ਨਾਮ ਜਪਦੇ ਨੇ ਕੋਈ ਪੁੱਤਰ, ਜਿਸ ਕੁਲ ਦੇ ਵਿੱਚ, ਜਿਸ ਪਰਿਵਾਰ 'ਚ ਕੋਈ ਨਾਮ ਜਪਣ ਵਾਲਾ ਪੁੱਤਰ ਹੀ ਨਹੀਂ ਹੈ, ਵਿਧਵਾ ਕਸ ਨ ਭਈ ਮਹਤਾਰੀ, ਤਾਂ ਉਹ ਜਿਹੜੀ ਮਾਂ ਹੈ ਜਿਹਨੇ ਉਹ ਪੁੱਤਰ ਜੰਮੇ, ਕਹਿੰਦੇ ਵਿਧਵਾ ਕਿਉਂ ਨਾ ਹੋ ਗਈ? ਵਿਧਵਾ ਹੋ ਜਾਂਦੀ ਆਪੇ ਹੀ, ਇਹ ਨਾਸਤਕ ਪੁੱਤਰ ਨਾ ਜੰਮਦੇ। ਔਰਤ ਦੀ ਕਿੱਡੀ ਵੱਡੀ ਜ਼ਿੰਮੇਵਾਰੀ ਹੈ, ਇਹ ਕਿੱਡੀ ਵੱਡੀ ਗਾਲ ਹੈ। ਜੇ ਕਿਸੇ ਨੇ ਕਹਾ ਤੂੰ ਵਿਧਵਾ ਹੋ ਜਾਏ, ਅਗਲਾ ਕੋਈ ਧੌਣ ਫੜ ਲੇਗਾ, ਤੂੰ ਕੋਣ ਮੈਨੂੰ ਐਂ ਕਹਿਣ ਵਾਲਾ। ਕਬੀਰ ਸਾਹਿਬ ਕਹਿੰਦੇ ਜਿਸ ਕੁਲ ਦੇ ਵਿੱਚ, ਜਿਸ ਖਾਨਦਾਨ ਦੇ ਵਿੱਚ, ਜਿਸ ਪਰਿਵਾਰ 'ਚ ਪੁੱਤਰ
ਨਾਮ ਨਹੀਂ ਨਾ ਜਪਦਾ, ਉਹਦੀ ਮਾਂ ਨੂੰ ਵਿਧਵਾ ਹੋ ਜਾਣਾ ਚਾਹੀਦਾ ਸੀ। ਜਿਹ ਨਰ ਰਾਮ ਭਗਤ ਨਾ ਸਾਧੇ, ਜਿਸ ਵਿਅਕਤੀ ਨੇ ਪਰਮਾਤਮਾ ਦੀ ਭਗਤੀ ਨਹੀਂ ਨਾ ਕੀਤੀ, ਜਨਮਤ ਕਸ ਨਾ ਮੂਹ ਅਪਰਾਧੀ। ਉਹ ਕਹਿੰਦੇ ਜੰਮਦੇ ਕਿਉਂ ਨਾ ਮਰ ਗਿਆ? ਕਹਿੰਦੇ ਇਹੋ ਜਿਹੇ ਨੂੰ ਜੰਮਦੇ ਹੀ ਮਰ ਜਾਣਾ ਚਾਹੀਦਾ ਸੀ। ਜੇ ਤੂੰ ਵੱਡਾ ਕਿ ਭਗਤੀ ਨਹੀਂ ਕਰਨੀ, ਕਿ ਤੇਰੇ ਜੰਮਣ ਦਾ ਕੀ ਫਾਇਦਾ? ਵੀ ਇੱਕ ਵਾਰੀ ਬੰਦਾ ਪੜ੍ਹ ਕੇ ਹਿੱਲ ਜਾਂਦਾ ਵੀ ਹੈਂ, ਕਹਿੰਦੇ ਤੇਰਾ ਜੰਮਣਾ ਹੀ ਫਜ਼ੂਲ ਹੈ। ਜੇ ਤੂੰ ਭਜਨ ਬੰਦਗੀ ਨਹੀਂ ਕੀਤੀ, ਤੂੰ ਕਹਿੰਦਾ ਜੰਮਦੇ ਹੀ ਕਿਉਂ ਨਾ ਮਰ ਗਿਆ? ਕੀ ਕਰਾਉਣਾ ਤੇਰੇ ਤੋਂ? ਸੋ ਇਸ ਲਈ ਆਪਣੇ ਬੱਚਿਆਂ ਨੂੰ ਨਾ ਜੇ ਨਹੀਂ ਲਾਇਆ, ਹੁਣ ਵੀ ਲਾ ਲਓ, ਨਹੀਂ ਤਾਂ ਫਿਰ ਕਬੀਰ ਸਾਹਿਬ ਨੇ ਤਾਂ ਕੋਈ ਕਸਰ ਰਹਿਣ ਹੀ ਨਹੀਂ ਦਿੱਤੀ। ਆਪ ਵੀ ਅਸੀਂ ਭਜਨ ਬੰਦਗੀ ਕਰਨੀ। ਜੇ ਆਪ ਕਰਾਂਗੇ ਭਜਨ ਬੰਦਗੀ, ਘਰ ਦਾ ਮਾਹੌਲ ਹੀ ਭਜਨ ਬੰਦਗੀ ਵਾਲਾ ਹੋ ਜਾਵੇਗਾ। ਫਿਰ ਜਿਹੋ ਜਿਹੇ ਮਾਹੌਲ ਦੇ ਵਿੱਚ ਬੱਚਾ ਰਹਿੰਦਾ ਨਾ, ਉਹਦਾ ਆਪਣੇ ਆਪ ਹੀ ਪ੍ਰਭਾਵ ਹੁੰਦਾ, ਉਹਦਾ ਆਪਣੇ ਆਪ ਪ੍ਰਭਾਵ ਹੁੰਦਾ। ਹੁਣ ਇੱਥੇ ਕੀ ਹੈ, ਉੱਪਰ ਵੀ ਪਾਠ ਹੋ ਰਹੇ ਨੇ, ਹੇਠਾਂ ਵੀ ਪਾਠ ਹੋ ਰਹੇ ਨੇ, ਸਭ ਪਿੱਛੇ ਵੀ ਪਾਠ ਹੋ ਰਹੇ ਨੇ। ਵਾਤਾਵਰਨ ਹੀ ਹੋਰ ਹੋ ਜਾਂਦਾ ਹੈ, ਵਾਤਾਵਰਨ ਹੀ ਉਸ ਥਾਂ ਦਾ ਹੋਰ ਹੋ ਜਾਂਦਾ ਹੈ। ਉਸ ਵਾਤਾਵਰਨ ਜਦੋਂ ਕੋਈ ਹੋਰ ਬੰਦਾ ਆਉਂਦਾ ਹੈ, ਉਸ 'ਤੇ ਬੜਾ ਚੰਗਾ ਪ੍ਰਭਾਵ ਪੈਂਦਾ ਹੈ। ਇਸ ਲਈ ਆਪ ਵੀ ਭਜਨ ਬੰਦਗੀ ਕਰੋ ਅਤੇ ਆਪਣੇ ਬੱਚਿਆਂ ਨੂੰ ਵੀ ਇਸ ਪਾਸੇ ਲਾਵੋ। ਦੂਜਾ ਕਹਿੰਦਾ, ਕਈ ਵਾਰੀ ਕੀ ਹੁੰਦਾ, ਜਦੋਂ ਬੰਦਾ ਅਮੀਰ ਹੁੰਦਾ ਬੜਾ ਖੁਸ਼ ਹੁੰਦਾ, ਜੇ ਕਿਤੇ ਗਰੀਬ ਹੋ ਜਾਏ ਬੜਾ ਦੁਖੀ ਹੁੰਦਾ। ਕਹਿੰਦਾ ਸੰਪੈ ਦੇਖ ਨਾ ਹਰਖੀ ਹੈ। ਸੰਪੈ ਹੁੰਦਾ ਧਨ ਦੌਲਤ, ਹਰਖੀ ਹੁੰਦਾ ਖੁਸ਼ੀ ਹੋਣਾ। ਧਨ ਦੌਲਤ ਨੂੰ ਵੇਖ ਕੇ ਬਹੁਤਾ ਖੁਸ਼ ਨਹੀਂ ਹੋਣਾ ਚਾਹੀਦਾ। ਵਿਪਤ ਦੇਖ ਨਾ ਰੋਏ, ਅਤੇ ਜੇ ਕੋਈ ਵਿਪਤਾ ਪੈ ਜਾਏ ਫਿਰ ਰੋਣਾ ਪਿੱਟਣਾ ਨਹੀਂ ਚਾਹੀਦਾ। ਕਿਉਂ? ਜਿਉਂ ਸੰਪੈ ਤਿਉਂ ਵਿਪਤ ਹੈ, ਬਿਧ ਨੇ ਰਚਿਆ ਸੋ ਹੋਏ। ਬਿਧ ਹੁੰਦਾ ਪਰਮਾਤਮਾ। ਕਹਿੰਦੇ ਪਰਮਾਤਮਾ ਨੇ ਜੋ ਰਚਿਆ ਵੀ ਤੈਨੂੰ ਅਮੀਰੀ ਮਿਲੇਗੀ, ਗਰੀਬੀ ਮਿਲੇਗੀ, ਕਹਿੰਦੇ ਹੋਣਾ ਤਾਂ ਉਸੇ ਤਰ੍ਹਾਂ ਹੀ। ਇਸ ਤਰ੍ਹਾਂ ਜਿਵੇਂ ਸੰਪੈ ਧਨ ਦੌਲਤ ਆਉਣ ਨਾਲ ਤਾਂ ਕਹਿੰਦੇ ਤੁਸੀਂ ਖੁਸ਼ ਹੁੰਦੇ ਹੋ, ਇਸ ਤਰ੍ਹਾਂ ਵਿਪਤਾ ਹੈ। ਜਿੱਥੇ ਖੁਸ਼ੀ ਹੈ ਉੱਥੇ ਗਮੀ ਜ਼ਰੂਰ ਹੋਵੇਗੀ, ਯਾਦ ਰੱਖਣਾ। ਜਿੱਥੇ ਅਮੀਰੀ ਹੈ ਉੱਥੇ ਕਦੇ ਗਰੀਬੀ ਹੋ ਸਕਦੀ ਹੈ। ਕਹਿੰਦੇ ਇਹ ਪਰਮਾਤਮਾ ਨੇ ਹੀ ਅਮੀਰੀ ਦਿੱਤੀ ਹੈ, ਅਤੇ ਜੇ ਕਦੇ ਗਰੀਬੀ ਹੈ ਤਾਂ ਪਰਮਾਤਮਾ ਨੇ ਹੀ ਗਰੀਬੀ ਦਿੱਤੀ ਹੈ। ਇਸ ਲਈ ਅਮੀਰੀ 'ਤੇ ਬਹੁਤਾ ਖੁਸ਼ ਨਹੀਂ ਹੋਣਾ ਅਤੇ ਗਰੀਬੀ 'ਤੇ ਬਹੁਤਾ ਦੁਖੀ ਨਹੀਂ ਹੋਣਾ, ਕਿਉਂਕਿ ਇਹ ਤਾਂ ਉਹਦੀ ਦਾਤ ਹੈ, ਉਹਨੇ ਦਿੱਤਾ ਹੋਇਆ। ਫਿਰ ਦੱਸਿਆ ਵੀ ਨਾਮ ਕਿਵੇਂ ਜਪਣਾ। ਅਗਲਾ ਪੁੱਛਦਾ ਰਹਿੰਦਾ ਸਾਧੂਆਂ ਸੰਤਾਂ ਨਾਮ ਵੀ ਨਾਮ ਕਿਵੇਂ ਜਪਣਾ ਚਾਹੀਦਾ ਜੀ। ਕਬੀਰ ਸਾਹਿਬ ਕਹਿੰਦੇ, ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ। ਬਿਲੋਵਨਾ, ਬਿਲੋਣਾ ਹੁੰਦਾ ਰਿੜਕਣਾ, ਹਿੰਦੀ ਦਾ ਸ਼ਬਦ। ਜਿਵੇਂ ਆਪਾਂ ਦੁੱਧ ਰਿੜਕਦੇ ਹਾਂ, ਛੋਟਿਆਂ ਹੁੰਦਿਆਂ ਦੁੱਧ ਕਾਫੀ ਹੋਣਾ, ਦਹੀਂ ਦੀ ਚਾਟੀ ਭਰੀ ਹੋਣੀ। ਬੇਬੇ ਨੇ ਕਹਿਣਾ ਪੁੱਤ ਦੁੱਧ ਰਿੜਕਦੇ। ਉਧਰ 7:05 'ਤੇ ਸਕੂਲ ਲੱਗਦਾ ਹੁੰਦਾ ਸੀ, ਤਿਆਰ ਹੋ ਕੇ ਸਕੂਲ ਵੀ ਜਾਣਾ, ਚਾਟੀ ਭਰੀ ਹੋਈ ਦਹੀਂ ਦੀ ਰਿੜਕਣੀ। ਫਿਰ ਬੱਚਾ ਕਾਹਲਾ ਪੈ ਜਾਂਦਾ, ਮੈਂ ਤੇ ਰਿੜਕ ਲਓ। ਬੇਬੇ ਕਹਿੰਦੀ ਵੇ ਇੱਕ ਤਾਂ ਦਹੀਂ ਬਾਹਰ ਡੁੱਲ ਜਾਏਗਾ, ਛਿੱਟਾਂ ਪੈਣਗੀਆਂ ਤੇਰੇ ਕੱਪੜਿਆਂ 'ਤੇ, ਅਤੇ ਨਾਲੇ ਉੱਤੇ ਮੱਖਣ ਨਹੀਂ ਆਉਣਾ। ਮੈਂ ਕਿਹਾ ਕਿਉਂ ਨਹੀਂ ਆਉਣਾ? ਉਦੋਂ ਮੈਨੂੰ ਸਾਇੰਸ ਨਹੀਂ ਸੀ ਪਤਾ, ਛੋਟਾ ਸੀ। ਉਹ ਇਹ ਤਾਂ ਬਾਅਦ 'ਚ ਗਿਆਨ ਹੋਇਆ ਵੀ ਜਦੋਂ ਆਪਾਂ ਤੇਜ਼ 'ਤੇ ਰਗੜਦੇ ਹਾਂ ਤਾਂ ਗਰਮ ਹੋ ਜਾਂਦਾ। ਹੁਣ ਜਦੋਂ ਦਹੀਂ ਗਰਮ ਹੋ ਜਾਏਗਾ, ਠੀਕ ਹੈ ਕਿ ਨਹੀਂ, ਉਹ ਮੱਖਣ ਨਹੀਂ ਉੱਤੇ ਆਉਣਾ, ਉਹ ਪਿਘਲ ਜਾਣਾ ਵਿੱਚ ਹੀ ਗਰਮੀ ਨਾਲ। ਤਾਂ ਹੀ ਤੁਸੀਂ ਦੇਖਿਆ ਅੱਜ ਵੀ ਕੱਲ੍ਹ ਵੀ ਫਰਿੱਜ ਦਾ ਪਾਣੀ ਪਾਉਂਦੇ ਨੇ, ਉਦੋਂ ਕੋਰੇ ਘੜੇ ਦਾ ਪਾਉਂਦੇ ਹੁੰਦੇ ਸਨ। ਕਹਿੰਦੇ ਨਹੀਂ ਪੁੱਤ ਹੌਲੀ ਹੌਲੀ ਰਿੜਕੀਦਾ ਤਾਂ ਜੋ ਦਹੀਂ ਗਰਮ ਨਾ ਹੋਵੇ, ਉੱਤੇ ਮੱਖਣ ਨਾ ਆਵੇ। ਵੱਡੇ ਵਿੱਚ ਪਤਾ ਲੱਗ ਗਿਆ ਵੀ ਹਾਂ ਵਾਕਈ ਹੌਲੀ। ਅਤੇ ਕਬੀਰ ਸਾਹਿਬ ਵੀ ਸਮਝਾਉਂਦੇ ਕਿ ਜਦੋਂ ਆਪਾਂ ਨੇ ਜਿਵੇਂ ਦੁੱਧ ਰਿੜਕੀਦਾ, ਦਹੀਂ ਰਿੜਕੀਦਾ, ਹੌਲੀ ਹੌਲੀ ਰਿੜਕੀਦਾ, ਇਸ ਤਰ੍ਹਾਂ ਪਰਮਾਤਮਾ ਦੇ ਨਾਮ ਵੀ ਸਹਿਜ ਸੁਭਾਅ ਜਪਦੇ ਰਹਿਣਾ। ਕੋਈ ਵਾਹਿਗੁਰੂ 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 ਇਸ ਤਰ੍ਹਾਂ ਕਰਨ ਦੀ ਲੋੜ ਨਹੀਂ, ਤੁਸੀਂ ਥੱਕ ਜਾਓਗੇ। ਸਾਨੂੰ ਤਾਂ ਹਰ ਵਕਤ ਹੀ ਪਰਮਾਤਮਾ ਦਾ ਨਾਮ ਲੈਣ ਦਾ ਹੁਕਮ ਹੈ ਸਿੱਖ ਨੂੰ, ਅਤੇ ਜੇ ਤੇਜ਼ ਕਰੇਗਾ 10-15 ਮਿੰਟ ਥੱਕ ਜਾਏਗਾ, ਉਹਦੀ ਨਹੀਂ ਗੱਲ ਬਣਨੀ। ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ। ਜੇ ਹਰੀ ਦੇ ਨਾਮ ਨੂੰ ਰਿੜਕਣਾ ਨਾ
ਸਹਿਜ ਬਲੋਵੋ ਹੌਲੀ ਹੌਲੀ ਰਿੜਕੋ, ਜੈਸੇ ਤੱਤ ਨਾ ਜਾਏ। ਜਿਵੇਂ ਹੌਲੀ ਰਿੜ ਤੱਤ ਮੱਖਣ ਨੂੰ ਕਹਿੰਦੇ, ਤਾਂ ਜੋ ਮੱਖਣ ਖਰਾਬ ਨਾ ਹੋਵੇ। ਭਾਵ ਆਰਾਮ ਨਾਲ ਸਹਿਜ ਸੁਭਾਅ ਸਿਮਰਨ ਕਰਦੇ ਰਹਿਣਾ ਹੈ, ਕੋਈ ਕਾਹਲੀ ਕਰਨ ਦੀ ਲੋੜ ਨਹੀਂ ਹੈਗੀ। ਨਹੀਂ ਤਾਂ ਆਪਾਂ ਟੈਕਨੀਕਾਂ ਲੋਕਾਂ ਤੋਂ ਸਿੱਖਦੇ ਰਹਿੰਦੇ, ਕਿਵੇਂ ਕਰੀਏ। ਬਾਣੀ ਸਭ ਕੁਝ ਦਿੱਤਾ ਹੈ, ਕਿਵੇਂ ਨਾਮ ਜਪਣਾ, ਸਹਿਜ ਸੁਭਾਅ ਨਾਮ ਜਪੇ ਜਾਓ। ਫਿਰ ਸਤ ਸੰਗਤ ਦੀ ਮਹਾਨਤਾ ਦੱਸਦੇ ਨੇ। ਸਤ ਸੰਗਤ ਮਿਲ ਵਿਵੇਕ ਬੁੱਧ ਹੋਈ, ਪਾਰਸ ਪਰਸ ਲੋਹਾ ਕੰਚਨ ਸੋਈ। ਸਤ ਸੰਗਤ ਜਾ ਕੇ ਨਾ ਵਿਵੇਕ ਬੁੱਧ ਪੈਦਾ ਹੁੰਦੀ ਹੈ। ਵਿਵੇਕ ਬੁੱਧ ਉਹ ਬੁੱਧ ਹੁੰਦੀ ਹੈ ਜਿਹੜੀ ਠੀਕ ਅਤੇ ਗਲਤ ਦਾ ਨਿਰਣਾ ਕਰ ਸਕੇ। ਬੰਦੇ ਨੂੰ ਆਪ ਪਤਾ ਲੱਗੇ ਆਪਣੇ ਕਰਮਾਂ ਦਾ ਕਿ ਜੋ ਮੈਂ ਕਰ ਰਿਹਾ ਕੀ ਇਹ ਠੀਕ ਹੈ ਕਿ ਗਲਤ ਹੈ। ਅੱਜ ਤੇ 95% ਲੋਕਾਂ ਨੂੰ ਇਹੀ ਗਿਆਨ ਨਹੀਂ ਕਿ ਜੋ ਕਰ ਰਹੇ ਨੇ ਕਿ ਉਹ ਠੀਕ ਹੈ ਕਿ ਗਲਤ ਹੈ। ਜੋ ਕੁਛ ਕਰ ਰਿਹਾ ਉਹ ਸਮਝਦੇ ਇਹੀ ਠੀਕ ਹੈ, ਇਹੀ ਠੀਕ ਹੈ, ਕਿਉਂਕਿ ਅੰਦਰ ਵਿਵੇਕ ਬੁੱਧ ਹੈ ਨਹੀਂ, ਅੰਦਰ ਨਿਰਣਾ ਕਰਨ ਵਾਲੀ ਮੱਤ ਨਹੀਂ ਹੈਗੀ। ਜਿੰਨਾ ਚਿਰ ਆਪਣੇ ਅੰਦਰ ਵਿਵੇਕ ਬੁੱਧ ਪੈਦਾ ਨਹੀਂ ਹੁੰਦੀ, ਉਹਨਾਂ ਚਿਰ ਗੁਰਬਾਣੀ ਸਾਰੀ ਵਿਵੇਕ ਬੁੱਧ ਹੈ। ਗੁਰੂਆਂ ਦੇ ਅੰਦਰ ਵਿਵੇਕ ਬੁੱਧ ਸੀ, ਉਹਨਾਂ ਸਾਨੂੰ ਲਿਖਿਆ ਤੇ ਆਹ ਕਰੋ ਆਹ ਨਾ ਕਰੋ। ਉਹਨਾਂ ਚਿਰ ਗੁਰੂ ਦੀ ਮੰਨੀ ਜਾਓ। ਜਦੋਂ ਭਜਨ ਬੰਦਗੀ ਕਰਦਿਆਂ ਅੰਦਰ ਵਿਵੇਕ ਬੁੱਧ ਪੈਦਾ ਹੋ ਗਈ, ਫਿਰ ਸਾਨੂੰ ਵੈਸੇ ਹੀ ਪਤਾ ਲੱਗ ਜਾਏਗਾ ਕਿ ਜੋ ਅਸੀਂ ਕਰ ਰਹੇ ਹਾਂ ਠੀਕ ਹੈ ਕਿ ਗਲਤ ਹੈ। ਇਸ ਲਈ ਕਹਿੰਦੇ ਸਤ ਸੰਗਤ 'ਚ ਆ ਕੇ ਨਾ ਵਿਵੇਕ ਬੁੱਧ ਪ੍ਰਾਪਤ ਹੁੰਦੀ ਹੈ। ਪਾਰਸ ਪਰਸ ਲੋਹਾ ਕੰਚਨ ਹੋਏ ਸੀ। ਜਿਵੇਂ ਪਾਰਸ ਨੂੰ ਛੋਹ ਕੇ ਲੋਹਾ ਸੋਨਾ ਹੋ ਜਾਂਦਾ, ਕੰਚਨ ਸੋਨਾ। ਪਾਰਸ ਨੂੰ ਛੋਹ ਕੇ ਲੋਹਾ ਸੋਨਾ ਹੋ ਜਾਂਦਾ। ਸਤ ਸੰਗਤ ਨੂੰ ਵੀ ਪਾਰਸ ਕਿਹਾ ਗਿਆ ਹੈ। ਸਤ ਸੰਗਤ 'ਚ ਆ ਕੇ ਬੰਦਾ ਸ਼ੁੱਧ ਪਵਿੱਤਰ ਹੋ ਜਾਂਦਾ। ਸੋਨਾ ਇੱਕ ਐਸੀ ਧਾਤ ਹੈ ਜਿਹੜੀ ਸ਼ੁੱਧ ਹੀ ਹੁੰਦੀ ਹੈ, ਜੋ ਧਰਤੀ 'ਚੋਂ ਨਿਕਲਦੀ ਹੈ। ਬਾਕੀ ਜਿੰਨੇ ਖਣਜ ਪਦਾਰਥ ਨੇ ਉਹ ਧਰਤੀ ਤੋਂ ਕੱਢ ਕੇ ਉਹਨਾਂ ਨੂੰ ਸਾਫ਼ ਕਰਨਾ ਪੈਂਦਾ ਹੈ। ਸੋਨਾ ਜਿਹੜਾ ਹੈ ਇਹ ਡਲੀਆਂ 'ਚ ਨਹੀਂ ਮਿਲਦਾ, ਇਹ ਢੇਰਾਂ ਦੇ ਢੇਰ ਨਹੀਂ ਮਿਲਦਾ ਧਰਤੀ 'ਚ। ਇਹ ਨਾ ਬਰੀਕ ਤਾਰ ਹੁੰਦੀ ਹੈ, ਉਂਗਲ ਤੋਂ ਵੀ ਪਤਲੀ। ਇਹ ਤਾਰ ਹੁੰਦੀ ਹੈ ਬਸ ਲੰਮੀ ਸਾਰੀ, ਵੀ ਕਿਸੇ ਆਲੇ ਦੁਆਲੇ ਮਿੱਟੀ ਦੇ ਢੇਲੇ ਦੇ ਆਲੇ ਦੁਆਲੇ ਹੁੰਦੀ ਹੈ। ਉਹ ਪੁੱਟੀ ਜਿਹਦੇ ਨੇ ਖਾਣ, ਇੱਕ ਅੱਧੀ ਤਾਰ ਲੱਭ ਗਈ, ਫਿਰ ਅੱਗੇ ਪੁੱਟੀ ਗਏ, ਫਿਰ ਇੱਕ ਅੱਧੀ ਲੱਭ ਗਈ। ਸੋਨੇ 'ਚ ਇੱਕ ਸਿਫਤ ਹੈ, ਇੱਕ ਤੋਲਾ ਤੁਸੀਂ ਸੋਨਾ ਲੈ ਲਓ, ਉਹਨੂੰ ਕੁੜਦੇ ਜਾਓ, ਇੱਕ ਤੋਲੇ ਸੋਨੇ ਤੋਂ ਤੁਸੀਂ 1 ਕਿਲੋਮੀਟਰ ਲੰਮੀ ਤਾਰ ਬਣਾ ਸਕਦੇ ਹੋ। ਇੰਨੀ ਲਚਕ ਹੁੰਦੀ ਸੋਨੇ, ਸ਼ੁੱਧ ਹੁੰਦਾ ਬਿਲਕੁਲ। ਇਹਨੂੰ ਪਾਣੀ 'ਚ ਰੱਖੋ, ਕਿਤੇ ਵੀ ਰੱਖੋ। ਇਹ ਜਿਹੜੇ ਆਪਣੇ ਗਹਿਣੇ ਨੇ ਇਹਨਾਂ ਦੀ ਖੋਟ ਹੁੰਦੀ ਹੈ ਨਾ, ਗਹਿਣੇ ਖੋਟ ਤੋਂ ਬਿਨਾਂ ਬਣਦੇ ਨਹੀਂ ਹੈਗੇ। ਸੋਨਾ ਲਚਕਦਾਰ ਹੁੰਦਾ। ਜੇ ਤੁਸੀਂ ਕਿਸੇ ਸੁਨਿਆਰ ਨੂੰ ਕਹੋ ਵੀ 3 ਤੋਲੇ ਦਾ ਸੋਨਾ ਬਣਾ ਦੇ, ਪਰ ਤਾਂਬਾ ਨਹੀਂ ਵਿੱਚ ਪਾਉਣਾ, ਉਹ ਬਣਾ ਤੁਸੀਂ ਹੱਥ ਲਾਓਗੇ ਉਹ ਚਿੱਬਾ ਹੋ ਜਾਏਗਾ। ਇਸ ਲਈ ਉਹਨੂੰ ਪਾਉਣਾ ਪੈਂਦਾ। ਉਹ ਜਿਸ 'ਚ ਖੋਟ ਹੈ ਉਹ ਸੋਨਾ ਸਮਾਂ ਪਾ ਕੇ ਰੰਗ ਬਦਲ ਜਾਏਗਾ। ਪਰ ਜਿਹੜਾ ਸ਼ੁੱਧ ਸੋਨਾ ਹੈ ਉਹਨੂੰ ਨਾ ਪਾਣੀ ਦਾ ਅਸਰ ਹੈ, ਨਾ ਉਹਨੂੰ ਕੋਈ ਜੁਗਾੜ ਲੱਗੇ, ਨਾ ਕੁਛ ਲੱਗੇ। ਇਹ ਭਾਵ ਸ਼ੁੱਧ। ਸਤ ਸੰਗਤ ਜਿਵੇਂ ਪਾਰਸ ਨੂੰ ਛੋਹ ਕੇ ਲੋਹਾ ਸੋਨਾ ਹੋ ਜਾਂਦਾ ਹੈ, ਇਸ ਤਰ੍ਹਾਂ ਸਤ ਸੰਗਤ 'ਚ ਆ ਕੇ ਵੀ ਬੰਦਾ ਸ਼ੁੱਧ ਅਤੇ ਪਵਿੱਤਰ ਉਹਦੇ ਵਿਚਾਰ ਹੋ ਜਾਂਦੇ ਹਨ। ਹੁਣ ਉਹਨਾਂ ਨੇ ਕਿਹਾ ਵੀ ਕਈ ਨਾ ਸਰੀਰ ਧੋਣ 'ਤੇ ਲੱਗੇ ਰਹਿੰਦੇ ਨੇ। ਇਹ ਤੀਰਥਾਂ 'ਚ ਜਾ ਕੇ ਇਸ਼ਨਾਨ ਕਰੋ ਜੀ, ਇਹ ਸਰੋਵਰਾਂ 'ਚ ਜਾ ਕੇ ਇਸ਼ਨਾਨ ਕਰੋ ਜੀ, ਵੀ ਪਤਾ ਨਹੀਂ ਮਨ ਸਾਫ਼ ਹੋ ਜਾਏਗਾ। ਬਹੁਤੇ ਨਾ ਹੀ ਸ਼ਾਇਦ ਸਾਡੇ ਪਾਪ ਲੈ ਜਾਣਗੇ। ਪ੍ਰਚਾਰ ਵੀ ਕੁਝ ਇਹੋ ਜਿਹੇ ਕੀਤਾ ਹੁੰਦਾ। ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਨੇ ਉਹ ਗੁਰਬਾਣੀ ਅਨੁਸਾਰ ਨਹੀਂ ਲੋਕਾਂ ਨੂੰ ਦੱਸਦੇ। ਜੋ ਕਹਿ ਰਹੇ ਵੀ ਨਹੀਂ ਭਾਈ ਨਹਾਉਣ ਨੂੰ ਨਾਲ ਕੋਈ ਤੁਹਾਡੇ ਪਾਪ ਪੂਪ ਨਹੀਂ ਲੈਣਗੇ, ਫਿਰ ਰੌਣਕ ਨਹੀਂ ਹੋਵੇਗੀ, ਫਿਰ ਰੌਣਕ ਨਹੀਂ ਹੋਏਗੀ। ਉਹੀ ਜਜ਼ਬਾ ਰੌਣਕ ਹੈ, ਚੜਾਵਾ ਠੀਕ ਲੱਗੇ ਰੋਜ਼। ਹਾਲਾਂਕਿ ਬਾਣੀ ਕਹਿੰਦੀ ਹੈ, ਕਬੀਰ ਸਾਹਿਬ ਕਹਿੰਦੇ ਕਾਇਆ ਮਾਂਜਸ ਕੌਣ ਗੁਣ। ਸਰੀਰ ਨੂੰ ਮਾਂਜਣ ਦਾ ਕੀ ਲਾਭ ਹੈ? ਜੋ ਘਟ ਭੀਤਰ ਹੈ ਮਲਣਾ। ਜਦੋਂ ਅੰਦਰ ਮੈਲ ਹੈ, ਜਦੋਂ ਮਨ ਮੈਲਾ ਹੈ, ਕਹਿੰਦੇ ਸਰੀਰ ਨੂੰ ਮਾਂਜਣ ਦਾ ਕਿਆ ਫਾਇਦਾ ਹੈ? ਸਾਫ਼ ਤੇ ਮਨ ਕਰਨਾ,
ਬੰਦਾ ਸਰੀਰ ਨੂੰ ਧੋਣ 'ਤੇ ਲੱਗਾ ਰਹਿੰਦਾ। ਕੋਈ ਸਰੋਵਰਾਂ 'ਚ ਇਸ਼ਨਾਨ ਕਰ ਰਿਹਾ, ਕੋਈ ਦਰਿਆਵਾਂ 'ਚ ਜਾ ਕੇ, ਤੀਰਥ ਸਥਾਨਾਂ ਜਾ ਕੇ ਇਸ਼ਨਾਨ ਕਰ ਰਿਹਾ ਹੈ। ਸਿੱਖ ਧਰਮ ਕਹਿੰਦਾ ਤੀਰਥਾਂ 'ਤੇ ਇਸ਼ਨਾਨ ਕਰਨਾ, ਸਰੋਵਰਾਂ 'ਤੇ ਇਸ਼ਨਾਨ ਕਰਨਾ, ਤੁਹਾਡਾ ਮਨ ਸਾਫ਼ ਨਹੀਂ ਹੋਵੇਗਾ। ਅਤੇ ਜੇ ਮਨ ਹੀ ਨਹੀਂ ਸਾਫ਼ ਤਾਂ ਕਦੇ ਇਸ਼ਨਾਨ ਕਰਕੇ ਕੀ ਕਰੋਗੇ? ਇਸ਼ਨਾਨ ਕਰਕੇ ਸਰੀਰ ਨੂੰ ਮਾਂਜਣ ਦਾ ਕੀ ਫਾਇਦਾ ਜਦੋਂ ਮਨ ਹੀ ਮੈਲਾ ਹੈ? ਐਕਚੁਅਲੀ ਸਾਡੇ ਤੋਂ ਜੋ ਕੁਛ ਕਰਾ ਰਿਹਾ ਉਹ ਸਾਡਾ ਮਨ ਕਰਵਾ ਰਿਹਾ ਹੈ। ਸਰੀਰ ਅਤੇ ਮਨ ਦਾ ਹੁਕਮ ਮੰਨ ਰਿਹਾ ਹੈ। ਸਰੀਰ ਨੂੰ ਮੈਂ ਗੱਡੀ ਕਿਹਾ ਕਰਦਾ, ਮਨ ਨੂੰ ਮੈਂ ਡਰਾਈਵਰ ਕਹਿੰਦਾ। ਗੱਡੀ ਆਪਣੇ ਆਪ ਕਿਤੇ ਨਹੀਂ ਚੱਲ ਕੇ ਜਾਂਦੀ, ਡਰਾਈਵਰ ਜਿੱਥੇ ਮਰਜ਼ੀ ਲੈ ਜਾਏ। ਤੁਹਾਡਾ ਮਨ ਤੁਹਾਡੇ ਸਰੀਰ ਦੀ ਗੱਡੀ ਨੂੰ ਚਲਾ ਕੇ ਸਤਸੰਗ 'ਚ ਲਾਇਆ। ਕਈਆਂ ਦਾ ਮਨ ਸਰੀਰ ਦੀ ਗੱਡੀ ਨੂੰ ਚਲਾ ਕੇ ਠੇਕੇ ਲੈ ਗਿਆ। ਹੁਣ ਉੱਥੇ ਵੀ ਆਹੀ ਸਮੇਂ ਸਾਡੇ ਇੰਨਾ ਚਾਨਣ ਨਹੀਂ ਜਿੰਨਾ ਠੇਕੇ 'ਚ ਚਾਨਣ ਹੁੰਦਾ। ਦੂਰੋਂ ਚਾਹੇ ਬੋਤਲਾਂ ਦੇ ਤੁਸੀਂ ਨਾਮ ਪਾ ਲਓ ਕਿਹੜੇ ਪ੍ਰਕਾਰ ਦੀ ਪਈ ਹੋਤੀ, ਇੰਨਾ ਚਾਨਣ ਉਹਨਾਂ ਨੇ ਕੀਤਾ ਹੁੰਦਾ। ਪਰ ਜਿਹੜਾ ਮਨ ਹੈ ਅਸਲ ਵਿੱਚ ਜੇ ਇਹ ਮੈਲਾ ਹੈ ਤਾਂ ਇਹਨੇ ਸਾਡੇ ਤੋਂ ਚੰਗੇ ਕੰਮ ਕਰਾਉਣੇ ਹੀ ਨਹੀਂ। ਤਾਂ ਸਾਫ਼ ਤਾਂ ਮਨ ਕਰਨਾ, ਅਤੇ ਮਨ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਫ਼ ਨਹੀਂ ਹੁੰਦਾ। ਕਹਿੰਦੇ ਸਰੀਰ ਨੂੰ ਨਿਰਾ ਮਾਂਜ ਕੇ ਕੀ ਕਰੋਗੇ? ਬਹੁ ਪਰਪੰਚ ਕਰ ਪਰ ਧਨ ਲਿਆਵੇ। ਪਰਪੰਚ ਹੁੰਦੇ ਠੱਗੀਆਂ ਠੋਰੀਆਂ, ਬੜੀਆਂ ਠੱਗੀਆਂ ਠੋਰੀਆਂ ਕਰਕੇ ਬਗਾਨੇ ਧਨ ਨੂੰ ਘਰ ਲਿਆਉਂਦਾ। ਕੋਈ ਚੋਰੀ ਕਰਕੇ, ਕੋਈ ਲੁੱਟ ਕੇ, ਕੋਈ ਖੋਹ ਕੇ, ਕੋਈ ਕਿਵੇਂ। ਸੁੱਤ ਦਾਰਾ ਪੈ ਆਣ ਲੁਟਾਵੇ। ਸੁੱਤ ਪੁੱਤਰ ਦਾਰਾ ਪਦ ਆ ਕੇ ਦੇ ਆ ਚੱਕੋ, ਕੀ ਯਾਦ ਰੱਖੋਗੇ ਤੁਹਾਡਾ ਬਾਪੂ ਤੁਹਾਨੂੰ ਟੱਕਰਿਆ। ਕਿਉਂਕਿ ਕਹਿੰਦੇ ਨੇ ਇਲ ਗੋਟ ਇਲ ਸਪੈਂਟ। ਗਲਤ ਤਰੀਕੇ ਨਾਲ ਕਮਾਇਆ ਹੋਇਆ ਧਨ ਗਲਤ ਤਰੀਕੇ ਨਾਲ ਹੀ ਖਰਚਿਆ ਜਾਂਦਾ ਹੈ। ਕਿ ਠੱਗੀਆਂ ਠੋਰੀਆਂ ਕਰਕੇ ਬਗਾਨੇ ਧਨ ਨੂੰ ਘਰ ਲਿਆਉਂਦਾ ਹੈ ਅਤੇ ਪਤਨੀ ਅਤੇ ਪੁੱਤਰ ਨੂੰ ਲੁਟਾ ਦਿੰਦਾ। ਆਹ ਲਓ ਕੀ ਯਾਦ ਰੱਖੋ, ਚੱਕੋ। ਇਹੋ ਜਿਹੇ ਬਾਪੂ ਤੁਹਾਨੂੰ ਰੋਜ਼ ਰੋਜ਼ ਮਿਲਣਾ। ਪਰ ਕਹਿੰਦੇ ਮਨ ਮੇਰੇ ਭੂਲੇ ਕਪਟ ਨਾ ਕੀਜੈ। ਉਹ ਭੁੱਲਿਆ ਹੋਇਆ ਮਨ ਕਾਹਨੂੰ ਠੱਗੀਆਂ ਠੋਰੀਆਂ ਕਰਦਾ। ਅੰਤ ਨਬੇੜਾ ਤੇਰੇ ਜੀ ਪੈ ਲੀਜੇ। ਜੀ ਮੈਨੇ ਜਿੰਦ, ਅੰਤ ਨੂੰ ਨਬੇੜਾ ਤੇਰੇ ਵਾਲੀ ਜਿੰਦ ਤੋਂ ਲੈਣਾ। ਹਿਸਾਬ ਕਿਤਾਬ ਤੇਰੀ ਜਿੰਦ ਦਾ ਹੋਣਾ, ਕੀਤਾ ਤੂੰ ਕੀ ਹੈ। ਉਹ ਤੇ ਪੁੱਤਰ ਧੀ ਕਿਸੇ ਨੇ ਪੁੱਛਣਾ, ਉਹ ਤੇ ਤੇਰੀ ਪੁੱਛ ਕੀਤੀ ਜਾਣੀ ਹੈ ਕਿ ਤੂੰ ਠੱਗੀਆਂ ਠੋਰੀਆਂ ਕਰਕੇ ਜਿਹੜਾ ਧਨ ਕਮਾਇਆ ਇਹਦਾ ਹਿਸਾਬ ਕਿਤਾਬ ਦੇ। ਇਸ ਲਈ ਸਮਝਾਇਆ ਕਿ ਧੀਆਂ ਪੁੱਤਰਾਂ ਲਈ ਹਰਾਮ ਦੀ ਕਮਾਈ ਨਹੀਂ ਕਰਨੀ। ਔਖੇ ਵੇਲੇ ਇਹਨਾਂ ਤੁਹਾਡੀ ਸਹਾਇਤਾ ਕੋਈ ਨਹੀਂ ਕਰਨੀ। ਸਾਡੇ ਰਿਸ਼ਤੇਦਾਰ, ਸਾਡੇ ਧੀ ਪੁੱਤਰ ਜਿੰਨਾ ਚਿਰ ਅਸੀਂ ਜਿਉਂਦੇ ਹਾਂ ਉਨਾ ਚਿਰ ਤੇ ਸਾਡੀ ਸਹਾਇਤਾ ਕਰ ਸਕਦੇ ਨੇ। ਮਰਨ ਤੋਂ ਬਾਅਦ ਜੋ ਜਿੰਦ ਨੇ ਹਿਸਾਬ ਕਿਤਾਬ ਦੇਣ ਜਾਣਾ ਉਦੋਂ ਧੀ ਪੁੱਤਰ ਤੇ ਇੱਥੇ ਰਹਿ, ਸਾਡੀ ਜਿੰਦ ਨੂੰ ਹੀ ਸਾਰਾ ਹਿਸਾਬ ਕਿਤਾਬ ਦੇਣਾ ਪੈਣਾ ਹੈ। ਇਸ ਲਈ ਸਮਝਾਇਆ ਕਿ ਭਾਈ ਤੂੰ ਔਖਾ ਹੋਏਗਾ, ਤੈਨੂੰ ਹਿਸਾਬ ਕਿਤਾਬ ਦੇਣਾ ਪਏਗਾ। ਇਸ ਲਈ ਤੂੰ 10 ਨੌਂ ਦੀ ਕਿਰਤ ਕਰ, ਹਰਾਮ ਦੀ ਕਮਾਈ ਕਰ ਲਿਆ ਕੇ ਨਾ ਕਰ। ਇਸ ਤਰ੍ਹਾਂ ਬਾਣੀ ਤਾਂ ਬਹੁਤ ਕੁਛ ਉਹਨਾਂ ਦੀ ਕਹਿੰਦੀ ਹੈ, ਪਰ ਕਿਉਂਕਿ ਇਧਰ ਸਮਾਂ ਹੋ ਗਿਆ ਹੈ ਇਸ ਲਈ ਸਤਿਕਾਰਯੋਗ ਸਾਧ ਸੰਗਤ ਬਈ ਕੱਲ੍ਹ ਨੂੰ ਆਪਾਂ, ਅੱਜ ਕਬੀਰ ਸਾਹਿਬ ਦਾ ਜਨਮ ਦਿਨ, ਕੱਲ੍ਹ ਨੂੰ 6ਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਹੈ। ਆਪਾਂ ਇਹਨਾਂ ਦੋਨਾਂ ਦੇ ਸੰਬੰਧ ਵਿੱਚ ਕੱਲ੍ਹ ਨੂੰ ਸਵੇਰੇ ਅਖੰਡ ਪਾਠ ਰੱਖਣੇ ਨੇ, ਐਤਵਾਰ ਨੂੰ ਭੋਗ ਪੈਣੇ ਨੇ। ਭੋਗ ਪੈਣ ਤੋਂ ਬਾਅਦ ਇੱਥੋਂ ਫਿਰ 8:45 ਵਜੇ ਤੋਂ ਲੈ ਕੇ 9:45 ਵਜੇ ਤੱਕ ਵੱਡਾ ਗੁਰਦੁਆਰਾ ਸਾਹਿਬ ਉੱਥੇ ਕੀਰਤਨ ਹੋਣਾ। ਸੋ ਆਪ ਜੀ ਟਾਈਮ ਯਾਦ ਰੱਖਣਾ ਹੈ, ਅਤੇ ਜਿਨ੍ਹਾਂ ਦੀ ਡਿਊਟੀਆਂ ਲੱਗੀਆਂ ਹੋਈਆਂ ਨੇ ਉਹਨਾਂ ਵੇਲੇ ਸਿਰ ਆਪਣੀਆਂ ਡਿਊਟੀਆਂ 'ਤੇ ਆਉਣਾ ਹੈ। ਅਤੇ ਐਤਵਾਰ ਨੂੰ 10:45 ਤੋਂ ਲੈ ਕੇ 9:45 ਤੋਂ ਲੈ ਕੇ 10:45 ਤੱਕ ਵੱਡੇ ਗੁਰਦੁਆਰਾ ਸਾਹਿਬ 'ਚ ਆਪਾਂ ਇਕੱਠੇ ਹੋਵਾਂਗੇ। ਉੱਥੇ ਕੀਰਤਨ ਸੁਣਾਂਗੇ, ਖਾਵਾਂ ਪੀਵਾਂਗੇ, ਫਿਰ ਘਰਾਂ ਨੂੰ ਚਾਲੇ ਪਾਵਾਂਗੇ। ਸੋ ਸਤਿਕਾਰਯੋਗ ਸਾਧ ਸੰਗਤ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।